ਮਰਨ ਸਮੇਂ ਦੀ ਜੰਮਾਂ ਦੀ ਝਾਕੀ। ਕਾਲ ਰੂਪੀ ਫਾਸੀ, ਮਰਨ ਕਾਲ ਰੂਪੀ ਤਰਾਸ ਤਾਂ ਨਾਮ ਜਪਣ ਹਾਰਿਆਂ ਦਾ ਇੱਥੇ ਜਿਉਂਦੇ ਜੀ ਹੀ ਕੱਟਿਆ ਜਾਂਦਾ ਹੈ। ਉਹ ਸੁਖਾਲੇ ਸਵਾਸੀ ਨਾਮ ਜਪਦੇ ਹੋਏ ਹੀ ਚਲਾਣਾ ਕਰਦੇ ਹਨ। ਉਹਨਾਂ ਨੂੰ ਮਰਨ ਸਮੇਂ ਕਾਲ ਫਾਸ ਨੇ ਨਹੀਂ ਸਤਾਇਆ, ਉਹਨਾਂ ਨੂੰ ਅੱਗੇ ਜਾ ਕੇ ਜਮ ਫਾਸ ਨੇ ਕੀ ਸਤਾਉਣਾ ਹੈ, ਅਰਥਾਤ ਉੱਕਾ ਹੀ ਨਹੀਂ ਸਤਾ ਸਕਦਾ। ਮਰਨ ਕਾਲ ਦੇ ਤਰਾਸ ਸਮੇਂ ਵੀ ਬਹੁਤਾ ਜੰਮਾਂ ਦਾ ਤਰਾਸ ਹੀ ਹੁੰਦਾ ਹੈ। ਕਈ ਬੁਰਿਆਰ ਪਾਪਿਸ਼ਟ ਕਰਮੀਆਂ ਨੂੰ ਮਰਨ ਸਮੇਂ ਤੋਂ ਪਹਿਲਾਂ ਹੀ ਜਮ ਆ ਕੇ ਡਰਾਉਣ ਲੱਗ ਜਾਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਉਹ ਕੰਪਾਇਮਾਨ ਹੁੰਦੇ ਹਨ ਅਤੇ ਦੁਹਾਈਆਂ ਦਿੰਦੇ ਹਨ। ਇਸ ਪ੍ਰਕਾਰ ਦੁਹਾਈਆਂ ਦਿੰਦੇ ਅਤੇ ਜਮਾਂ ਨੂੰ ਦੇਖ ਕੇ ਥਰ-ਥਰ ਕੰਬਦੇ ਅਸੀਂ ਵੀ ਕੁਝ ਪ੍ਰਾਣੀ ਦੇਖੇ ਹਨ। ਇੱਕ ਦੋ ਉਦਾਹਰਣ ਅੱਖੀਂ ਦੇਖੇ ਇੱਥੇ ਲਿਖਣੇ ਦਿਲਚਸਪੀ ਤੋਂ ਖਾਲੀ ਨਹੀਂ ਹੋਣਗੇ। ਦਿਲਚਸਪੀ ਇਸ ਕਰਕੇ ਆਖੀ ਹੈ ਕਿ ਇਹ ਉਦਾਹਰਣ ਸਿੱਖਿਆਦਾਇਕ ਹਨ। ਪਹਿਲੀ ਮਿਸਾਲ ਇਹ ਹੈ, ਇਸ ਦਾਸਰੇ ਦਾ ਇੱਕ ਤਾਏ ਜਾਇਆ ਭਾਈ ਟੇਕ ਸਿੰਘ ਨਾਂ ਦਾ ਸੀ, ਜੋ ਸਾਰੀ ਉਮਰ ਕੁਸੰਗੀਆਂ ਦੀ ਕੁਸੰਗਤ ਵਿੱਚ ਫਸ ਕੇ ਸ਼ਰਾਬੀ ਕਬਾਬੀ ਬਣਿਆ ਰਿਹਾ ਅਤੇ ਹੋਰਤ ਖਰਾਬੀਆਂ ਵਿੱਚ ਖੀਨ ਖਰਾਬ ਹੁੰਦਾ ਰਿਹਾ। ਓੜਕ ਭਰੀ ਜਵਾਨੀ ਵਿੱਚ ਹੀ ਉਸ ਨੂੰ ਤਪਦਿਕ ਦੀ ਨਾਮੁਰਾਦ ਬਿਮਾਰੀ ਨੇ ਗ੍ਰਸ ਲਿਆ ਤੇ ਐਸਾ ਗ੍ਰਸਿਆ ਕਿ ਉਹ ਸਾਹਾਂ ਤੇ ਆ ਪਿਆ। ਅੰਤੀ ਸਮੇਂ ਉਹ ਬੜਾ ਹੀ ਦੁਖੀ ਹੋਇਆ ਅਤੇ ਉੱਚੀ ਉੱਚੀ ਦੁਹਾਈਆਂ ਦੇਣ ਲੱਗਾ ਅਤੇ ਉੱਪਰ ਨੂੰ ਬਨੇਰਿਆਂ ਵੱਲ ਇਸ਼ਾਰੇ ਕਰ ਕਰਕੇ ਦੱਸੇ ਕਿ ਉਹ ਜੰਮ ਦੰਦ ਕੱਢ ਕੇ ਡਰਾਉਂਦੇ ਹਨ ਤੇ ਖਾਣ ਨੂੰ ਆਉਂਦੇ ਹਨ। ਇਹ ਦੇਖ ਕੇ ਕੰਬਣੀ ਆਉਂਦੀ ਹੈ ਅਤੇ ਜਾਨ ਅਜਾਬਾਂ ਵਿੱਚ ਫਸੀ ਹੋਈ ਹੈ। ਦਾਸ ਨੇ ਉਨੀ ਦਿਨੀ ਸਜਰਾ ਹੀ ਅੰਮ੍ਰਿਤ ਛਕਿਆ ਸੀ ਅਤੇ ਪਰਮਾਰਥ ਦੀ ਸੁਹਾਗ ਪ੍ਰਾਪਤੀ ਦੇ ਚਾਉ ਵਿੱਚ ਅਹਨਿਸ ਨਾਮ ਜਪਦਾ ਹੋਇਆ ਨਾਲ ਦੀ ਨਾਲ ਸੁਖਮਨੀ ਸਾਹਿਬ ਦੇ ਅਖੰਡ ਪਾਠ ਵੀ ਜਿਤਨੇ ਹੋ ਸਕਣ ਕਰਦਾ ਰਹਿੰਦਾ ਸੀ। ਤੁਰਦਾ ਫਿਰਦਾ ਬਹਿੰਦਾ ਉੱਠਦਾ ਨਾਮ ਅਭਿਆਸ ਕਰਦਾ ਹੋਇਆ ਇੱਕ ਸੁਖਮਨੀ ਸਾਹਿਬ ਦਾ ਪਾਠ ਜਾਰੀ ਹੀ ਰੱਖਦਾ ਸੀ। ਇਸੇ ਦਸ਼ਾ ਵਿੱਚ ਪਾਠ ਅਭਿਆਸ ਕਰਦੇ ਨੂੰ ਮੇਰੀ ਮਾਈ ਨੇ ਮੈਨੂੰ ਆ ਕੇ ਦੱਸਿਆ ਕਿ ਟੇਕ ਸਿੰਘ ਦੀ ਹਾਲਤ ਬੜੀ ਖਰਾਬ ਹੈ। ਉਹ ਦੁਹਾਈਆਂ ਦਿੰਦਾ ਹੈ, ਨਾਲੇ ਉਸ ਦਾ ਸਾਰਾ ਸਰੀਰ ਕੰਬਦਾ ਹੈ। ਅਜੀਬ ਗੱਲ ਇੱਕ ਇਹ ਹੈ ਕਿ ਉਹ ਸੈਂਤਾਂ ਕਰ ਕਰ ਦੱਸਦਾ ਹੈ ਕਿ ਜਮਦੂਤ ਖੜੇ ਡਰਾਉਂਦੇ ਹਨ। ਤੂੰ ਕਾਕਾ ਜ਼ਰਾ ਉਸ ਦੀ ਹਾਲਤ ਆ ਕੇ ਦੇਖ ਤਾਂ ਸਹੀ। ਆਪਣੀ ਮਾਤਾ ਜੀ ਦੀ ਆਗਿਆ ਮੰਨ ਕੇ ਦਾਸ ਉਸ ਪਾਸ ਗਿਆ। ਜਦੋਂ ਮੈਂ ਉਸ ਦੇ ਕਮਰੇ ਵਿੱਚ ਵੜਿਆ ਹੀ ਸੀ ਤਾਂ ਉਸ ਦੇ ਮੂੰਹੋਂ ਆਪ ਮੁਹਾਰੇ ਇਹ ਆਵਾਜ਼ ਨਿਕਲੀ, ਆਹਾ ਬਈ ਠੰਡ ਪੈ ਗਈ, ਆ ਜਾ ਮੇਰੇ ਕੋਲ ਬਹਿ ਜਾ। ਤੇਰੇ ਆਉਣ ਤੇ ਜੋ ਜਮਦੂਤ ਮੈਨੂੰ ਡਰਾਉਂਦੇ ਸਨ ਤਾਬੜ ਤੋੜ ਹੀ ਭੱਜ ਨੱਸ ਗਏ। ਹੁਣ ਮੇਰੇ ਕੋਲ ਬੈਠਾ ਰਹੋ, ਕਿਸੇ ਪਾਸੇ ਨਾ ਜਾਈਂ। ਸੱਚਮੁੱਚ ਉਸ ਦੇ ਪਾਸ ਬੈਠੇ ਹੋਏ ਸਾਰੇ ਦੇਖ ਕੇ ਹੈਰਾਨ ਸੀ ਕਿ ਇੱਕਦਮ ਦੁਹਾਈਆਂ ਦੇਣੋਂ ਇਹ ਕਿਵੇਂ ਹਟ ਗਿਆ ਅਤੇ ਇਸ ਦੀ ਕੰਬਣੀ ਵੀ ਹਟ ਗਈ। ਮੈਂ ਇਹ ਦੇਖ ਕੇ ਅੰਦਰ ਹੀ ਅੰਦਰ ਸਤਿਗੁਰੂ ਦੇ ਸਿਦਕ ਵਿੱਚ ਭਰਪੂਰ ਲੀਣਾ ਹੋ ਕੇ ਆਨੰਦਿਤ ਹੋ ਰਿਹਾ ਸੀ ਅਤੇ ਸਤਿਗੁਰੂ ਅੱਗੇ ਗੁਪਤ ਅਰਦਾਸ ਕਰ ਰਿਹਾ ਸੀ ਕਿ ਹੇ ਸੱਚੇ ਪਾਤਸ਼ਾਹ, ਇਹ ਸਭ ਤੇਰੀ ਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਹੀ ਵਡਿਆਈ ਹੈ, ਜਿਸ ਕਾਰਨ ਇਹ ਕੌਤਕ ਵਰਤਿਆ ਹੈ, ਵਰਨਾ ਮੈਂ ਨੀਚ ਦੇ ਆਉਣ ਤੇ ਇਹ ਘਟਨਾ ਕਿਵੇਂ ਵਰਤ ਸਕਦੀ ਸੀ। ਮੇਰਾ ਸਿਦਕ ਭਰੋਸਾ ਗੁਰਬਾਣੀ ਦੀ ਪਾਰਸ ਕਲਾ ਉੱਤੇ ਤੇ ਵਿਸ਼ੇਸ਼ ਕਰਕੇ ਸ੍ਰੀ ਸੁਖਮਨੀ ਸਾਹਿਬ ਦੀ ਪਾਰਸ ਰਸਾਇਣੀ ਬਰਕਤ ਉੱਤੇ ਅੱਗੇ ਨਾਲੋਂ ਵੀ ਦਹਿ ਦੂਣਾ ਹੋ ਗਿਆ ਅਤੇ ਪੱਕਾ ਨਿਸ਼ਚਾ ਹੋ ਗਿਆ ਕਿ ਇਹ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਹੀ ਬਰਕਤ ਹੈ, ਜਿਸ ਕਰਕੇ ਜਮ ਡਰ ਕੇ ਭੱਜ ਗਏ ਹਨ। ਮੈਂ ਜਿਤਨਾ ਚਿਰ ਉਸ ਦੇ ਸਿਰਹਾਣੇ ਬੈਠਾ ਆਸ-ਪਾਸ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਿਹਾ, ਉਹ ਮੇਰਾ ਤਾਏ ਜਾਇਆ ਭਾਈ ਸ਼ਾਂਤ ਅਤੇ ਸੁਖੀ ਹੋ ਕੇ ਪਿਆ ਰਿਹਾ। ਮੇਰੀ ਬਾਂਹ ਨਾ ਛੱਡੇ ਅਤੇ ਮੈਨੂੰ ਆਪਣੇ ਪਾਸੋਂ ਪਰੇ ਨਾ ਜਾਣ ਦੇਵੇ। ਕੋਈ ਆਥਣ ਜਿਹੇ ਦਾ ਸਮਾਂ ਸੀ। ਦਾਸ ਨੇ ਆਪਣੇ ਬੁੰਗੇ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਖ ਆਸਣ ਕਰਨਾ ਸੀ, ਜਿਸ ਕਰਕੇ ਮਜਬੂਰ ਹੋ ਕੇ ਮੈਨੂੰ ਉੱਥੋਂ ਆਉਣਾ ਪਿਆ। ਮੇਰੇ ਉੱਠ ਕੇ ਉਸ ਦੇ ਕਮਰੇ ਚੋਂ ਬਾਹਰ ਨਿਕਲਣ ਦੀ ਦੇਰ ਸੀ ਕਿ ਉਹ ਫੇਰ ਉਵੇਂ ਹੀ ਦੁਹਾਈਆਂ ਦੇਣ ਲੱਗ ਪਿਆ। ਮੈਂ ਤੁਰਤ ਫੁਰਤੀ ਫੇਰ ਆ ਗਿਆ ਅਤੇ ਆਪਣੀ ਭੈਣ ਤੇ ਉਸ ਦੀਆਂ ਭੈਣਾਂ ਦੇ ਹੱਥੀਂ ਗੁਟਕੇ ਫੜਾ ਕੇ ਉਹਨਾਂ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰੀ ਜਾਣ ਲਈ ਪ੍ਰੇਰਿਆ। ਉਹ ਪਾਠ ਕਰਨ ਲੱਗ ਪਈਆਂ ਤੇ ਮੈਂ ਚਲਿਆ ਗਿਆ। ਫੇਰ ਉਹ ਖਾਸਾ ਸੁਖੀ ਰਿਹਾ। ਮੈਂ ਸ੍ਰੀ ਗੁਰੂ ਸਾਹਿਬ ਦੇ ਕਮਰੇ ਵਿੱਚ ਜਾ ਕੇ ਉਸ ਦੀ ਨਿਮਿਤ ਅਰਦਾਸ ਕੀਤੀ ਕਿ ਇਸ ਦਾ ਮਰਨ ਕਾਲ ਦਾ ਤਰਾਸ ਨਿਵਾਰਿਆ ਜਾਵੇ। ਅਰਦਾਸ ਕਰਕੇ ਗੁਰੂ ਸਾਹਿਬ ਦਾ ਵਾਕ ਲਿਆ। ਗੁਰਵਾਕ ਚਾਹੇ ਸੁਖ ਆਸਣ ਦਾ ਸੀ, ਪਰ ਅਰਦਾਸ ਦੀ ਪ੍ਰਵਾਨਗੀ ਦਾ ਵਾਕ ਹੀ ਨਿਕਲਿਆ, ਜਿਸ ਵਿੱਚ ਉਸ ਦੇ ਪਿਛਲੇ ਕੀਤੇ ਕਰਮਾਂ ਦਾ ਹੂ ਬਹੂ ਨਕਸ਼ਾ ਚਿਤਰਿਆ ਹੋਇਆ ਸੀ। ਊੜਕ ਗੁਰਵਾਕ ਤੇ ਹੋਰ ਵੀ ਨਿਸ਼ਚਿਤ ਹੋ ਗਿਆ ਕਿ ਉਸਨੇ ਚਲਾਣਾ ਤਾਂ ਜ਼ਰੂਰ ਕਰ ਜਾਣਾ ਹੈ।
ਪਰ ਹੁਣ ਅੰਤੀ ਅਵਸਰ ਉਸ ਨੂੰ ਗੁਰਬਾਣੀ ਦੇ ਪਾਠ ਸੁਣਾਉਣ ਦੀ ਅਤੀ ਲੋੜ ਹੈ, ਜਿਸ ਕਰਕੇ ਕਿ ਸੁਖਾਲੇ ਸੁਆਸੀ ਉਸ ਦਾ ਚਲਾਣਾ ਹੋ ਜਾਵੇ। ਮੁੱਕਦੀ ਗੱਲ ਇਹ ਕਿ ਫਿਰ ਉਸ ਦੇ ਨਿਕਟ ਗੁਰਬਾਣੀ ਦਾ ਪਾਠ ਜਾਰੀ ਹੀ ਰੱਖਿਆ ਗਿਆ। ਅੰਤੀ ਅਵਸਰ ਦਾਸ ਨੇ ਸਾਰਿਆਂ ਸੰਬੰਧੀਆਂ ਨੂੰ ਜੋ ਉਸ ਦੇ ਉਦਾਲੇ ਬੈਠੇ ਸਨ ਸ੍ਰੀ ਜਪਜੀ ਸਾਹਿਬ ਦੇ 5-5 ਪਾਠ ਕਰਨ ਨੂੰ ਕਿਹਾ। ਸਭ ਨੇ ਕੀਤੇ। ਜਿਨ੍ਹਾਂ ਦੇ ਜਪਜੀ ਸਾਹਿਬ ਦਾ ਪਾਠ ਕੰਠਾਗਰ ਸੀ ਉਹਨਾਂ ਨੇ ਕੰਠ ਤੋਂ ਪਾਠ ਕੀਤੇ, ਬਾਕੀ ਦਿਆਂ ਨੇ ਗੁਟਕੇ ਤੋਂ ਕੀਤੇ। 5ਵੇਂ ਪਾਠ ਦੀ ਸਮਾਪਤੀ ਤੇ ਉਸ ਦੇ ਸਵਾਸ ਸਾਡੇ ਦੇਖਦਿਆਂ ਸੁਖਾਲੇ ਹੀ ਨਿਕਲ ਗਏ। ਉਸ ਦਾ ਘੋੜੂ ਵੱਜਣੋਂ ਤਾਂ ਉਦੋਂ ਹੀ ਹਟ ਗਿਆ ਸੀ ਜਦੋਂ ਤੋਂ ਪਾਠ ਹੋਣੇ ਆਰੰਭ ਹੋਏ ਸਨ। ਅੱਖੀਆਂ ਤੋਂ ਨੀਰ ਜਾਣਾ ਵੀ ਹਟ ਗਿਆ ਸੀ। ਉਸ ਦੀਆਂ ਭੈਣਾਂ ਨੇ ਪੁੱਛਿਆ, ਹੁਣ ਜਮ ਤਾਂ ਨਹੀਂ ਡਰਾਉਂਦੇ? ਉਸਨੇ ਸਿਰ ਹਿਲਾ ਕੇ ਅਤੇ ਬੜਾ ਸੁਖੀ ਹੋ ਕੇ ਦੱਸਿਆ ਕਿ ਨਹੀਂ, ਇਹ ਅੱਖੀਂ ਦੇਖੀ ਇੱਕ ਵਾਰਤਾ ਹੈ। ਅਸੀਂ ਤਾਂ ਕਿਸੇ ਨੇ ਉਸ ਸਮੇਂ ਜਮ ਆਉਂਦੇ ਜਾਂਦੇ ਨਹੀਂ ਦੇਖੇ, ਨਾ ਹੀ ਸਾਨੂੰ ਦੇਖਣ ਦਾ ਕੋਈ ਚਾਉ ਸੀ। ਅਨਰਾਉ ਤਾਂ ਇਹ ਸੀ ਕਿ ਵਿਚਾਰੇ ਜਮ ਗ੍ਰਸਤ ਦਾ ਨਿਸਤਾਰਾ ਜਮਾਂ ਦੇ ਤਰਾਸ ਤੋਂ ਹੋ ਜਾਏ। ਸੋ ਪ੍ਰਤੱਖ ਦੇਖ ਲਿਆ। ਜੋ ਉਸ ਦੀ ਦਸ਼ਾ ਆਪਣੀ ਪ੍ਰਤੱਖ ਗਵਾਹੀ ਦੇ ਰਹੀ ਸੀ। ਨਾਲੇ ਇਹ ਜਮਦੂਤ ਮਰਨਹਾਰੇ ਪ੍ਰਾਣੀ ਨੂੰ ਹੀ ਨਜ਼ਰ ਆਉਂਦੇ ਹਨ, ਹੋਰ ਕਿਸੇ ਨੂੰ ਨਹੀਂ ਦਿਸਦੇ, ਜਾਂ ਉਹਨਾਂ ਚੇਟਕੀਆਂ ਨੂੰ ਦਿਸਦੇ ਹਨ ਜਿਨ੍ਹਾਂ ਨੂੰ ਭੂਤ ਪ੍ਰੇਤ ਦੇ ਇਲਮ ਦਾ ਚੇਟਕ ਲੱਗਿਆ ਹੋਇਆ ਹੁੰਦਾ ਹੈ। ਸਾਨੂੰ ਤਾਂ ਇਹ ਸਬਕ ਪੱਕਾ ਹਾਸਲ ਹੋਇਆ ਕਿ ਗੁਰਬਾਣੀ ਦਾ ਪਾਠ ਸੁਣਦਿਆਂ ਕਰਦਿਆਂ ਦੇ ਨਿਕਟ ਜਮਦੂਤ ਨਹੀਂ ਆਉਂਦੇ, ਸਗੋਂ ਦੇਖ ਕੇ ਦੂਰੋਂ ਹੀ ਭੱਜ ਜਾਂਦੇ ਹਨ। ਸੱਚਮੁੱਚ ਗੁਰ ਕੇ ਬਚਨ, ਗੁਰਬਾਣੀ ਰੂਪੀ ਬਚਨ ਜਮ ਫਾਸ ਕੱਟਣ ਲਈ ਸਮਰੱਥ ਹਨ। ਵਾਹ ਵਾਹ, ਕਿਆ ਸੁੰਦਰ ਅਤੇ ਢੁਕਵਾਂ ਗੁਰਵਾਕ ਹੈ। ਗੁਰ ਕਾ ਬਚਨ ਸਦਾ ਅਬਿਨਾਸ਼ੀ, ਗੁਰ ਕੈ ਬਚਨ ਕੱਟੀ ਜਮ ਫਾਸੀ। ਗੌੜੀ ਗੁਆਰੇਰੀ ਮਹਲਾ ਪੰਜਵਾਂ। ਜਮ ਤਰਾਸ ਅੱਖੀਂ ਦੇਖੇ ਦੀ ਦੂਜੀ ਉਦਾਹਰਣ ਇਉਂ ਹੈ ਕਿ ਜਦੋਂ ਅਸੀਂ ਹਜ਼ਾਰੀ ਬਾਗ ਜੇਲ੍ਹ ਵਿੱਚ ਆਪਣੀ ਜੇਲ੍ਹ ਯਾਤਰਾ ਬਤੀਤ ਕਰ ਰਹੇ ਸਾਂ, ਸਾਡੇ ਨਾਲ ਦੇ 40 ਜੇਲ੍ਹ ਯਾਤਰੂਆਂ ਸਿੱਖ ਸੱਜਣਾ ਵਿੱਚੋਂ ਇੱਕ ਕੇਰ ਸਿੰਘ ਨਾਮੇ ਸੱਜਣ ਵੀ ਸੀ, ਜੋ ਲੁਧਿਆਣੇ ਦੇ ਜ਼ਿਲ੍ਹੇ ਵਿੱਚੋਂ ਪਿੰਡ ਸਾਹਨੇਵਾਲ ਦੇ ਰਹਿਣ ਵਾਲਾ ਸੀ। ਇਹ ਕੇਰ ਸਿੰਘ ਸਿੱਖਾਂ ਦੇ ਘਰਾਣੇ ਵਿੱਚ ਜ਼ਿਮੀਂਦਾਰਾਂ ਦੇ ਘਰ ਜਨਮਿਆ ਸੀ, ਪਰ ਆਰੀਆ ਸਕੂਲ ਲੁਧਿਆਣੇ ਵਿੱਚ ਤਾਲੀਮ ਪਾਉਂਦਾ ਰਹਿਣ ਕਰਕੇ ਇਸ ਨੂੰ ਐਸਾ ਕੁਸੰਗ ਵਿਆਪ ਗਿਆ ਸੀ ਕਿ ਇਸ ਨੇ ਆਪਣੇ ਕੇਸ ਕਟਾ ਲਏ ਸਨ, ਅਰ ਸਾਰੇ ਸੰਸਕਾਰ ਇਸ ਦੇ ਨਿਰੇ ਸਾਖਤਾਂ ਵਾਲੇ ਹੀ ਸਨ। ਮੁਕੱਦਮਾ ਸਾਜ਼ਿਸ਼ ਲਾਹੌਰ ਦੇ ਪਹਿਲੇ ਕੇਸ ਵਿੱਚ ਇਹ ਭਗੌੜਾ ਹੋ ਗਿਆ ਸੀ, ਪਿੱਛੋਂ ਫੜਿਆ ਗਿਆ ਸੀ ਅਤੇ ਤੀਜੇ ਕੇਸ ਵਿੱਚ ਉਮਰ ਕੈਦ ਹੋ ਕੇ ਸਾਡੇ ਪਾਸ ਹਜ਼ਾਰੀ ਬਾਗ ਜੇਲ੍ਹ ਵਿੱਚ ਹੀ ਆ ਗਿਆ ਸੀ। ਪਰ ਇਸ ਨੂੰ ਹੰਜੀਰਾਂ ਦੀ ਛੂਤ ਬਿਮਾਰੀ ਹੋਣ ਕਰਕੇ ਜੇਲ੍ਹ ਅੰਦਰਲੇ ਹਸਪਤਾਲ ਵਿੱਚ ਹੀ ਵੱਖਰਾ ਰੱਖਦੇ ਸਨ। ਉਂਝ ਅਸੀਂ ਵੀ ਸਾਰੇ ਵੱਖੋ ਵੱਖਰੀਆਂ ਕੋਠੜੀਆਂ ਵਿੱਚ ਤਾੜੇ ਹੋਏ ਸਾਂ, ਪਰ ਇਹ ਕੇਰ ਸਿੰਘ ਅਸਾਥੋਂ ਘਣੀ ਦੂਰ ਹਸਪਤਾਲ ਦੇ ਵਾਰਡ ਵਿੱਚ ਬੰਦ ਸੀ, ਜਿਸ ਦੇ ਨੇੜੇ ਕਿਸੇ ਨੂੰ ਨਹੀਂ ਸਨ ਢੁਕਣ ਦਿੰਦੇ। ਉੱਥੇ ਆ ਕੇ ਇਹ ਮਹੀਨਿਆਂ ਬੱਧੀ ਸਖਤ ਬਿਮਾਰ ਪਿਆ ਰਿਹਾ ਤੇ 6 ਮਹੀਨੇ ਤਾਂ ਬੜਾ ਹੀ ਔਖਾ ਰਿਹਾ। ਇਸ ਦੇ ਸੰਬੰਧੀਆਂ ਰਿਸ਼ਤੇਦਾਰਾਂ ਵਿੱਚੋਂ ਕੋਈ ਇਸ ਦੀ ਮੁਲਾਕਾਤ ਨੂੰ ਵੀ ਨਾ ਆਇਆ। ਜਦੋਂ ਇਸ ਦੀ ਹਾਲਤ ਜੇਲ੍ਹ ਵਾਲਿਆਂ ਨੇ ਬੜੀ ਹੀ ਨਾਜ਼ੁਕ ਦੇਖੀ ਅਤੇ ਜਦੋਂ ਉਹਨਾਂ ਨੂੰ ਪ੍ਰਤੀਤ ਹੋ ਗਿਆ ਕਿ ਇਹ ਹੁਣ ਚਲਾਣਿਆਂ ਉੱਤੇ ਪਿਆ ਹੈ, ਤਾਂ ਉਹਨਾਂ ਨੇ ਕੇਰ ਸਿੰਘ ਨੂੰ ਪੁੱਛਿਆ ਕਿ ਦੱਸੋ, ਜਿਸ ਨਾਲ ਮੁਲਾਕਾਤ ਕਰਨੀ ਹੈ ਉਸ ਨੂੰ ਬੁਲਾ ਲਈਏ। ਤਾਂ ਉਸਨੇ ਅੱਖੀਆਂ ਵਿੱਚ ਨੀਰ ਭਰ ਕੇ ਉੱਤਰ ਦਿੱਤਾ, ਮੇਰਾ ਇਸ ਜਗਤ ਵਿੱਚ ਕੌਣ ਹੈ, ਅਰਥਾਤ ਕੋਈ ਨਹੀਂ। ਓੜਕ ਬਾਰੰਬਾਰ ਪੁੱਛਣ ਤੇ ਜ਼ੋਰ ਦੇਣ ਤੇ ਕੇਰ ਸਿੰਘ ਨੇ ਆਖਿਆ, ਬਚਨ ਦੇਵੋ ਤਾਂ ਮੈਂ ਦੱਸ ਦਿੰਦਾ ਹਾਂ, ਜਿਸ ਨਾਲ ਮੈਂ ਮੁਲਾਕਾਤ ਕਰਨੀ ਚਾਹੁੰਦਾ ਹਾਂ ਉਸ ਨੂੰ ਜ਼ਰੂਰ ਮਿਲਾ ਦਿਓਗੇ ਤਾਂ ਮੈਂ ਦੱਸਦਾ ਹਾਂ, ਨਹੀਂ ਤਾਂ ਨਾ ਸਹੀ। ਗੋਰੇ ਸੁਪਰਟੈਂਡੈਂਟ ਜੇਲ੍ਹ ਨੇ, ਜੋ ਮੈਡੀਕਲ ਆਫੀਸਰ ਹੋਣ ਦੀ ਹੈਸੀਅਤ ਵਿੱਚ ਉਸ ਦਾ ਇਲਾਜ ਵੀ ਬੜੇ ਗੌਰ ਨਾਲ ਕਰਦਾ ਰਿਹਾ ਸੀ, ਬਚਨ ਦੇ ਦਿੱਤਾ ਕਿ ਦੱਸੋ ਕਿਸ ਨਾਲ ਮੁਲਾਕਾਤ ਕਰਨੀ ਚਾਹੁੰਦੇ ਹੋ, ਮੈਂ ਕਰਾ ਦੇਵਾਂਗਾ। ਤਿਸ ਪਰ ਕੇਰ ਸਿੰਘ ਨੇ ਮੰਗ ਕੀਤੀ ਕਿ ਮੇਰੇ ਸਾਥੀ ਪੋਲੀਟੀਕਲ ਕੈਦੀਆਂ ਵਿੱਚੋਂ ਭਾਈ ਰਣਧੀਰ ਸਿੰਘ ਨਾਮੇ ਜੋ ਸੱਜਣ ਹਨ, ਉਹਨਾਂ ਨਾਲ ਮੈਂ ਮੁਲਾਕਾਤ ਕਰਨੀ ਚਾਹੁੰਦਾ ਹਾਂ ਤੇ ਨਾਲੇ 4 ਹੋਰ ਸੱਜਣਾਂ ਨਾਲ ਮੁਲਾਕਾਤ ਕਰਾ ਦਿਓ। ਉਹ ਸੱਜਣ ਭਾਈ ਕਰਤਾਰ ਸਿੰਘ ਚੰਦ ਨਿਵਾਸੀ, ਭਾਈ ਮੁਨਸ਼ਾ ਸਿੰਘ ਦੁਖੀ ਤੇ 2 ਹੋਰ ਕੋਈ ਹੋਣ, ਹੋਰ ਕਿਸੇ ਨਾਲ ਨਹੀਂ। ਅਤੇ ਜ਼ਰੂਰੀ ਇਉਂ ਮਿਲਣਾ ਹੈ ਕਿ ਮੈਂ ਉਹਨਾਂ ਦੇ ਪਾਸ ਆਪਣੇ ਗੁਨਾਹਾਂ ਦਾ ਕਫਾਰਾ ਕਰਾਉਣ ਲਈ ਪਛਤਾਤਾਪ ਕਰਕੇ ਪ੍ਰਾਸ਼ਚਿਤ ਕਰਾਉਣਾ ਹੈ, ਜਿਵੇਂ ਤੁਹਾਡੇ ਪਾਦਰੀ ਕਰਿਆ ਕਰਾਇਆ ਕਰਦੇ ਹਨ। ਇਸ ਕਰਕੇ ਮੈਂ ਉਹਨਾਂ ਨਾਲ ਮੁਲਾਕਾਤ ਕਰਨੀ ਚਾਹੁੰਦਾ ਹਾਂ ਤੇ ਗੱਲਬਾਤ ਪ੍ਰਾਈਵੇਟ ਹੋਵੇ, ਉਹਨਾਂ ਤੋਂ ਬਿਨਾਂ ਹੋਰ ਮੇਰੇ ਪਾਸ ਕੋਈ ਨਾ ਹੋਵੇ, ਨਾ ਹੀ ਤੂੰ ਮੇਰੇ ਪਾਸ ਹੋਵੇਂ। ਸੁਪਰਿੰਟੈਂਡੈਂਟ ਨੇ ਉਸ ਨੂੰ ਉੱਤਰ ਦਿੱਤਾ ਕਿ ਇਹ ਸਭ ਕੁਝ ਤਾਂ ਹੋ ਜਾਵੇਗਾ,
ਪਰ ਬੜੀ ਮੁਸ਼ਕਲ ਤਾਂ ਇਹ ਹੈ ਕਿ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਕਿਵੇਂ ਕਰਾਵਾਂ। ਬਿਹਾਰ ਉੜੀਸਾ ਦੀ ਗਵਰਨਮੈਂਟ ਅਤੇ ਖਾਸ ਕਰ ਪੰਜਾਬ ਗਵਰਨਮੈਂਟ ਦਾ ਸਖਤ ਹੁਕਮ ਹੈ ਕਿ ਸਿੱਖ ਪੋਲੀਟੀਕਲ ਕੈਦੀਆਂ ਨੂੰ ਪਰਸਪਰ ਇੱਕ ਦੂਜੇ ਨਾਲ ਮਿਲਣ ਨਾ ਦੇਵੋ। ਸਭੋ ਅੱਡੋ ਅੱਡੀ ਆਪੋ ਆਪਣੀਆਂ ਕਾਲ ਕੋਠੜੀਆਂ ਸੈੱਲਸ ਵਿੱਚ ਤੜੇ ਰਹਿਣ। ਖਾਸ ਕਰ ਭਾਈ ਰਣਧੀਰ ਸਿੰਘ ਬਾਰੇ ਤਾਂ ਬਹੁਤ ਹੀ ਸਖਤ ਆਰਡਰ ਹੈ ਕਿ ਇਸ ਪਾਸ ਜੇਲ੍ਹ ਦੇ ਕਿਸੇ ਬੰਦੇ ਬਸ਼ਰ ਨੂੰ ਨੇੜੇ ਨਾ ਆਉਣ ਦੇਵੋ। ਦੂਜੇ ਪੰਜਾਬ ਦੇ ਸਿੱਖ ਪੋਲੀਟੀਕਲ ਕੈਦੀ, ਇਹਨਾਂ ਵਿੱਚੋਂ ਤਾਂ ਕੋਈ ਵੀ ਉਸ ਦੇ ਪਾਸ ਨਹੀਂ ਜਾ ਸਕਦਾ, ਨਾ ਹੀ ਉਹ ਕਿਸੇ ਪਾਸ ਲਿਆਇਆ ਜਾ ਸਕਦਾ ਹੈ। ਤਿਸ ਪਰ ਕੇਰ ਸਿੰਘ ਨੇ ਕਿਹਾ ਕਿ ਚੰਗਾ, ਆਪਣਾ ਦਿੱਤਾ ਹੋਇਆ ਬਚਨ ਵਰਡ ਵਾਪਸ ਲੈ ਲਵੋ। ਗੋਰੇ ਸੁਪਰਿੰਟੈਂਡੈਂਟ ਨੇ ਆਖਿਆ ਕਿ ਬਚਨ ਤਾਂ ਮੈਂ ਵਾਪਸ ਨਹੀਂ ਲੈਂਦਾ, ਜ਼ਰੂਰੀ ਪੂਰਾ ਕਰਾਂਗਾ, ਪਰ ਇਸ ਸ਼ਰਤ ਤੇ ਪੂਰਾ ਕਰੂੰਗਾ ਕਿ ਤੂੰ ਕਿਸੇ ਨੂੰ ਨਾ ਦੱਸੀ ਕਿ ਇਹ ਮੁਲਾਕਾਤ ਕਰਾਈ ਗਈ ਹੈ। ਮੈਂ ਸਭ ਤੋਂ ਬੇਖਬਰੇ ਹੀ ਬਿਨਾਂ ਕਿਸੇ ਨੂੰ ਦੱਸੇ ਦੇ ਆਪ ਦੇ ਪਾਸ ਲੈ ਆਉਂਦਾ ਹਾਂ। ਉਹਨਾਂ ਦੀ ਆਥਣ ਦੀ ਪ੍ਰੇਅਰ ਰਹਿਰਾਸ ਦੇ ਪਾਠ ਪਿੱਛੋਂ ਮੈਂ ਚੁਪਕੇ ਹੀ ਰਣਧੀਰ ਸਿੰਘ ਨੂੰ ਉਸ ਦੀ ਕੋਠੀ ਵਿੱਚੋਂ ਕੱਢ ਕੇ ਆਪ ਦੇ ਪਾਸ ਲੈ ਆਵਾਂਗਾ। ਉਸ ਵਕਤ ਹੋਰ ਕੋਈ ਜੇਲ੍ਹ ਮੁਲਾਜ਼ਮ ਵੀ ਨਹੀਂ ਦੇਖਦਾ ਹੋਵੇਗਾ। ਦੂਜੀ ਸੂਰਤ ਇਹ ਵੀ ਹੈ ਕਿ ਭਾਈ ਰਣਧੀਰ ਸਿੰਘ ਵੀ ਜੇ ਕਿਸੇ ਨੂੰ ਇਹ ਗੱਲ ਮੁਲਾਕਾਤ ਵਾਲੀ ਨਾ ਦੱਸਣ ਦਾ ਵਾਅਦਾ ਕਰੇਗਾ ਤਾਂ ਉਸ ਨੂੰ ਲਿਆਵਾਂਗਾ, ਨਹੀਂ ਤਾਂ ਬੜੀ ਮਜਬੂਰੀ ਹੈ। ਇਤਨੀ ਗੱਲ ਕੇਰ ਸਿੰਘ ਨਾਲ ਕਰਕੇ ਸੁਪਰਿੰਟੈਂਡੈਂਟ ਗੋਰਾ ਉਸ ਦੇ ਪਾਸੋਂ ਚਲਿਆ ਆਇਆ। ਰਹਿਰਾਸ ਸਾਹਿਬ ਦੇ ਪਾਠ ਪਿੱਛੋਂ ਮੇਰੇ ਪਾਸ ਚੁੱਪ ਕੀਤਾ ਹੀ ਆਇਆ, ਮੇਰੀ ਕੋਠੀ ਦੇ ਜੰਗਲੇ ਦੇ ਬਾਹਰ ਖੜਾ ਹੋ ਗਿਆ। ਮੈਨੂੰ ਗੁੱਡ ਈਵਨਿੰਗ ਕਹਿ ਕੇ ਪੁੱਛਣ ਲੱਗਾ ਕਿ ਤੂੰ ਆਪਣੇ ਸਾਥੀ ਕੇਰ ਸਿੰਘ ਨਾਲ ਮੁਲਾਕਾਤ ਕਰਨੀ ਚਾਹੁੰਦਾ ਹੈ ਜੋ ਹਸਪਤਾਲ ਵਿੱਚ ਬਿਮਾਰ ਹੈ। ਮੈਂ ਉੱਤਰ ਵਿੱਚ ਉਸ ਨੂੰ ਆਖਿਆ ਕਿ ਮੈਨੂੰ ਕੀ ਚਾਹੀਦਾ ਹੈ, ਦੋ ਨੈਣ। ਮੈਂ ਤਾਂ ਅੱਗੇ ਹੀ ਉਸ ਨੂੰ ਮਿਲਣਾ ਚਾਹੁੰਦਾ ਹਾਂ ਕਿ 3 ਦਿਨ ਤੋਂ ਉਸ ਦੀ ਵਾਇਰਲੈਸ ਮੈਨੂੰ ਪਹੁੰਚ ਰਹੀ ਹੈ। ਉਹ ਮਿਲਣ ਲਈ ਬਹੁਤ ਬੇਤਾਬ ਹੋ ਰਿਹਾ ਹੈ। ਇਹ ਆਪ ਦਾ ਬੜਾ ਉਪਕਾਰ ਹੋਵੇਗਾ ਜੋ ਮੈਨੂੰ ਉਸ ਦੇ ਨਾਲ ਮੁਲਾਕਾਤ ਕਰਾ ਦੇਵੋਗੇ। ਸੁਪਰਿੰਟੈਂਡੈਂਟ ਬੜਾ ਹੀ ਹੈਰਾਨ ਹੋਇਆ ਜਦੋਂ ਉਸਨੇ ਵਾਇਰਲੈਸ ਵਾਲੀ ਗੱਲ ਸੁਣੀ। ਮੈਂ ਆਖਿਆ, ਹੈਰਾਨ ਕਿਉਂ ਹੁੰਦੇ ਹੋ, ਇਹ ਤਾਂ ਮਾਮੂਲੀ ਗੱਲ ਹੈ। ਕਹਿਣ ਲੱਗਾ, ਇਹ ਦੂਜੀ ਹੈਰਾਨ ਕਰਨ ਵਾਲੀ ਗੱਲ ਮੇਰੇ ਤਜਰਬੇ ਵਿੱਚ ਆਈ ਹੈ ਕਿ ਸਿੱਖ ਪਰਸਪਰ ਦਿਨਾਂ ਅੰਦਰ ਹੀ ਵਾਇਰਲੈਸ ਚਲਾ ਲੈਂਦੇ ਹਨ। ਇਹ ਗੱਲ ਹੈ ਵੀ ਕਾਬਲੇ ਯਕੀਨ ਕਿ ਤੈਨੂੰ ਜ਼ਰੂਰ ਉਸ ਦੀ ਵਾਇਰਲੈਸ ਪੁੱਜੀ ਹੋਣੀ ਹੈ ਜੋ 3 ਦਿਨਾਂ ਤੋਂ ਉਹ ਤੈਨੂੰ ਬੜਾ ਹੀ ਯਾਦ ਕਰ ਰਿਹਾ ਹੈ। ਰਾਤ ਤਾਂ ਖਾਸ ਤੌਰ ਤੇ ਹੀ ਤੇਰੀ ਬਾਬਤ ਉਸ ਨਾਲ ਗੱਲਬਾਤ ਹੋਈ ਹੈ, ਇਸ ਕਰਕੇ ਮੈਂ ਆਇਆ ਹਾਂ ਕਿ ਤੈਨੂੰ ਉਸ ਦੇ ਪਾਸ ਹੁਣ ਲੈ ਚੱਲਾਂ, ਪਰ ਇਸ ਸ਼ਰਤ ਤੇ ਕਿ ਤੂੰ ਵਰਡ ਬਚਨ ਦੇਵੇਂ ਕਿ ਇਸ ਮੁਲਾਕਾਤ ਦੀ ਖਬਰ ਤੇਰੀ ਜ਼ੁਬਾਨੋਂ ਤੇ ਤੇਰੇ ਮੂੰਹੋਂ ਕਿਸੇ ਪਾਸ ਨਹੀਂ ਨਿਕਲੇਗੀ। ਆਪਣੀ ਸਾਰੀ ਮੁਸ਼ਕਲ ਉਸਨੇ ਮੇਰੇ ਪਾਸ ਦੱਸੀ ਅਤੇ ਆਖਿਆ ਕਿ ਮੈਂ ਆਪਣੀ ਔਕਵਰਡ ਪੋਜੀਸ਼ਨ, ਔਖੀ ਪੋਜੀਸ਼ਨ ਆਪ ਤੇ ਛੱਡਦਾ ਹਾਂ। ਮੈਂ ਉਸ ਦੀ ਤਸੱਲੀ ਕਰਵਾਈ ਕਿ ਨਿਸ਼ਾ ਖਾਤਰ ਰੱਖੋ, ਗੱਲ ਬਾਹਰ ਨਹੀਂ ਨਿਕਲੇਗੀ। ਗੁਰਸਿੱਖ ਤਾਂ ਬਾਹਰ ਗੱਲ ਨਾ ਨਿਕਲੇ, ਹੁਕਮੀ ਬੰਦੇ ਕਾਰ ਕਰਾਰੀ ਦੇ ਅਸੂਲ ਦੇ ਕਾਇਲ ਹੁੰਦੇ ਹਨ। ਚਲੋ ਫਿਰ ਲੈ ਚੱਲੋ, ਪਰ ਪਹਿਲਾਂ ਮੈਨੂੰ ਦੱਸ ਲਵੋ ਕਿ ਉਹ ਪਹਿਲੀ ਗੱਲ ਕਿਹੜੀ ਹੈ ਜਿਸ ਨੇ ਤੈਨੂੰ ਇਤਨਾ ਹੈਰਾਨ ਕਰ ਛੱਡਿਆ ਹੋਇਆ ਹੈ। ਸੁਪਰਿੰਟੈਂਡੈਂਟ ਨੇ ਖੋਲ ਕੇ ਸਾਰੀ ਗੱਲ ਸੁਣਾਈ ਕਿ ਕੇਰ ਸਿੰਘ 6 ਮਹੀਨੇ ਤੋਂ ਸਖਤ ਬਿਮਾਰ ਹੈ। ਹੁਣ ਤਾਂ ਉਸ ਦੀ ਬੜੀ ਹੀ ਖਤਰਨਾਕ ਹਾਲਤ ਹੈ। ਉਸ ਦੇ ਕੋਲ ਜਾਂਦਿਆਂ ਵੀ ਭੈ ਲੱਗਦਾ ਹੈ। ਕਈ ਦਿਨਾਂ ਤੋਂ ਉਸ ਦੀਆਂ ਅੱਖੀਆਂ 'ਚੋਂ ਨੀਰ ਚੱਲਦਾ ਰਹਿੰਦਾ ਹੈ ਅਤੇ ਕਈ ਵਾਰ ਉਸ ਦਾ ਸਾਰਾ ਸਰੀਰ ਕੰਬਣ ਲੱਗ ਜਾਂਦਾ ਹੈ। ਇੱਕ ਦਿਨ ਮੈਂ ਜਦੋਂ ਉਸ ਦੇ ਪਾਸ ਗਿਆ ਤਾਂ ਉਹ ਬੜੀ ਭਿਆਨਕ ਕੰਬਣੀ ਕੰਬ ਰਿਹਾ ਸੀ, ਨਾਲੇ ਉੱਪਰ ਛੱਤ ਵੱਲ ਨੂੰ ਦੇਖ ਕੇ ਘਿਘਿਆਉਂਦਾ ਸੀ। ਉਸ ਦੀਆਂ ਡਰਾਵਣੀਆਂ ਅੱਖੀਆਂ 'ਚੋਂ ਇਹ ਗੱਲ ਸਾਫ਼ ਪੜ੍ਹੀ ਜਾਂਦੀ ਸੀ ਕਿ ਇਹ ਕੋਈ ਭਿਆਨਕ ਚੀਜ਼ ਦੇਖ ਰਿਹਾ ਹੈ। ਮੇਰੇ ਪੁੱਛਣ ਤੇ ਉਸਨੇ ਕਿਹਾ ਕਿ ਮੈਨੂੰ ਕਈ ਦਿਨਾਂ ਤੋਂ ਇੱਕ ਬੜੀ ਹੀ ਬਦਸ਼ਕਲ ਡਰਾ ਰਹੀ ਹੈ। ਉਸਨੇ ਸਪਸ਼ਟ ਆਖਿਆ ਕਿ ਮੈਂ ਹੁਣ ਤਾਈਂ ਸਾਰੀ ਉਮਰ ਭੂਤਾਂ ਪ੍ਰੇਤਾਂ, ਜਿੰਨਾਂ ਜਮਦੂਤਾਂ ਦੇ ਬੜਾ ਸਖਤ ਬਰਖਿਲਾਫ ਰਿਹਾ ਹਾਂ, ਪਰ ਮੈਨੂੰ ਹੁਣ ਕਾਇਲ ਹੋਣਾ ਪਿਆ। ਉਹ ਦੇਖੋ, ਸਾਹਮਣੇ ਮੈਨੂੰ ਇੱਕ ਪ੍ਰੇਤ ਡਰਾ ਰਿਹਾ ਹੈ ਅਤੇ ਰੋਜ਼ ਡਰਾਉਂਦਾ ਹੈ। ਮੈਂ ਉਸ ਦੀ ਹਾਲਤ ਦੇਖ ਕੇ ਉਸ ਦੀ ਕਹੀ ਹੋਈ ਉਪਰੋਕਤ ਗੱਲ ਉੱਤੇ ਯਕੀਨ ਕੀਤੇ ਬਿਨਾਂ ਰਹਿ ਨਾ ਸਕਿਆ। ਇਤਨੇ ਨੂੰ ਛੱਤ ਵੱਲ ਤਕੜਾ ਖੜਕਾ ਹੋਇਆ ਜੋ ਮੈਨੂੰ ਦਿਸਿਆ ਨਹੀਂ, ਪਰ ਮੈਂ ਕੰਨੀ ਸੁਣਿਆ ਜ਼ੋਰ ਦਾ ਖੜਾਕ। ਪਰ ਜਦੋਂ ਮੈਂ ਕੇਰ ਸਿੰਘ ਵੱਲ ਦੇਖਿਆ ਤਾਂ ਉਸਨੇ ਮੇਰੀਆਂ ਅੱਖਾਂ 'ਚੋਂ ਹੀ ਪ੍ਰਸ਼ਨ ਪਛਾਣ ਲੀਤਾ। ਮੈਨੂੰ ਪੁੱਛਿਆ, ਖੜਾਕ ਸੁਣਿਆ? ਮੈਂ ਆਖਿਆ, ਹਾਂ, ਪਰ ਦੇਖਿਆ ਕੁਛ ਨਹੀਂ। ਉਸਨੇ ਮੈਨੂੰ ਦੱਸਿਆ ਕਿ ਇਹ ਪ੍ਰੇਤ ਰੋਜ਼ ਜਾਣ ਲੱਗਿਆਂ ਇਉਂ ਖੜਾਕ ਕਰਦਾ ਹੈ। ਹੁਣੇ ਉਹ ਗਿਆ ਮੈਨੂੰ ਜਾਂਦਾ ਦਿਸਿਆ, ਜੈਸਾ ਕਿ ਹਰ ਰੋਜ਼ ਹੀ ਆਉਂਦਾ ਜਾਂਦਾ ਦੀਂਦਾ ਹੈ।
ਸੁਪਰਿੰਟੈਂਡੈਂਟ ਨੇ ਫੇਰ ਜ਼ਿਕਰ ਕੀਤਾ ਕਿ ਚਾਹੇ ਮੈਂ ਆਪਣੀ ਅੱਖੀਂ ਉਹ ਪ੍ਰੇਤ ਨਹੀਂ ਦੇਖਿਆ, ਪਰ ਮੈਨੂੰ ਹੁਣ ਪੱਕਾ ਯਕੀਨ ਹੈ ਕਿ ਉਹ ਕੇਰ ਸਿੰਘ ਜ਼ਰੂਰ ਕੋਈ ਭੂਤ ਪ੍ਰੇਤ ਦੇਖਦਾ ਹੈ ਅਤੇ ਉਹ ਭੂਤ ਉਸ ਨੂੰ ਆ ਕੇ ਡਰਾਉਂਦਾ ਹੈ। ਇਹ ਹੈ ਉਹ ਗੱਲ ਜਿਹੜੀ ਮੈਨੂੰ ਪਹਿਲਾਂ ਹੀ ਬਥੇਰਾ ਹੈਰਾਨ ਕਰ ਰਹੀ ਸੀ। ਹੁਣ ਤੈਂ ਦੂਜੀ ਹੈਰਾਨੀ ਵਾਲੀ ਗੱਲ ਆਖ ਦਿੱਤੀ। ਮੁੱਕਦੀ ਗੱਲ, ਇਉਂ ਗੱਲਾਂ ਕਰਦਾ ਕਰਾਉਂਦਾ ਸੁਪਰਿੰਟੈਂਡੈਂਟ ਮੈਨੂੰ ਕੋਠੜੀ ਚੋਂ ਕੱਢ ਕੇ ਹਸਪਤਾਲ ਕੇਰ ਸਿੰਘ ਪਾਸ ਲੈ ਗਿਆ। ਜਦੋਂ ਮੈਂ ਤੇ ਸੁਪਰਿੰਟੈਂਡੈਂਟ ਉਸ ਦੇ ਕਮਰੇ ਵਿੱਚ ਜਾ ਕੇ ਵੜੇ ਤਾਂ ਕੇਰ ਸਿੰਘ ਠੰਡਾ ਸਾਹ ਭਰ ਕੇ ਬੋਲਿਆ, ਹਾਂ, ਆਰਾਮ ਆ ਗਿਆ। ਸੁਪਰਿੰਟੈਂਡੈਂਟ ਨੇ ਪੁੱਛਿਆ, ਕਿਸ ਗੱਲ ਦਾ ਆਰਾਮ ਆ ਗਿਆ? ਤਾਂ ਕੇਰ ਸਿੰਘ ਨੇ ਕਿਹਾ, ਭਾਈ ਸਾਹਿਬ ਦੇ ਕਮਰੇ ਵਿੱਚ ਦਾਖਲ ਹੁੰਦਿਆਂ ਹੀ ਉਹ ਪ੍ਰੇਤ ਭੈ ਭੀਤ ਹੋ ਕੇ ਭੱਜ ਗਿਆ ਹੈ ਤੇ ਮੈਨੂੰ ਡਰਾਉਣੀ ਕੰਬਣੀ ਆਉਣੀ ਹਟ ਗਈ ਹੈ ਤੇ ਆਰਾਮ ਆ ਗਿਆ ਹੈ। ਇਸ ਕਰਕੇ ਮੇਰੇ ਮੂੰਹੋਂ ਆਪ ਮੁਹਾਰੇ ਇਹ ਫਿਕਰਾ ਨਿਕਲ ਗਿਆ, ਹਾਂ, ਆਰਾਮ ਆ ਗਿਆ। ਗੱਲ ਕੀ, ਸੁਪਰਿੰਟੈਂਡੈਂਟ ਮੈਨੂੰ ਇਕੱਲੇ ਨੂੰ ਉਸ ਦੇ ਪਾਸ ਛੱਡ ਕੇ ਚਲਿਆ ਗਿਆ, ਇਹ ਆਖ ਕੇ ਕਿ ਤੁਸੀਂ ਪਰਸਪਰ ਹਾਲ ਪਿਆਰ ਦੀਆਂ ਗੱਲਾਂ ਕਰੋ। ਮੈਂ ਅੱਧੇ ਘੰਟੇ ਪਿੱਛੋਂ ਫੇਰ ਆ ਕੇ ਮੇਰੇ ਵੱਲ ਇਸ਼ਾਰਾ ਕਰਕੇ ਤੈਨੂੰ ਛੱਡ ਆਵਾਂਗਾ। ਅੱਧੇ ਘੰਟੇ ਦੀ ਮੁਲਾਕਾਤ ਦੀ ਇਜਾਜ਼ਤ ਦਿੰਦਾ ਹਾਂ। ਉਸ ਦੇ ਜਾਣ ਦੀ ਦੇਰ ਸੀ ਕਿ ਕੇਰ ਸਿੰਘ ਬਿਲਬਿਲਾ ਕੇ ਰੋਇਆ, ਬੜਾ ਹੀ ਰੋਇਆ। ਕਮਜ਼ੋਰ ਬੜਾ ਹੋਇਆ ਪਿਆ ਸੀ, ਸਰੀਰ ਤਾਂ ਕਰੰਗ ਹੀ ਬਣਿਆ ਹੋਇਆ ਸੀ, ਅੱਖਾਂ ਬਾਹਰ ਨਿਕਲੀਆਂ ਹੋਈਆਂ ਸਨ, ਮੰਜੇ ਤੋਂ ਉੱਠ ਤਾਂ ਨਹੀਂ ਸਕਦਾ ਸੀ। ਮੈਂ ਉਸ ਦੇ ਪਾਸ ਹੀ ਕੁਰਸੀ ਤੇ ਬੈਠ ਗਿਆ ਅਤੇ ਉਸ ਨੂੰ ਆਖਿਆ ਕਿ ਰੋਵੋ ਨਾ, ਆਪਣੇ ਮਨ ਦੀ ਬਿਰਥਾ ਦੱਸੋ। ਰੋਣ ਨਾਲ ਤੁਹਾਨੂੰ ਬਹੁਤ ਤਕਲੀਫ ਹੁੰਦੀ ਹੈ। ਉਹ ਬੋਲ ਵੀ ਮਸਾਂ ਹੀ ਸਕਦਾ ਸੀ। ਸਪਤ ਪਤਾਲ ਦੀ ਬਾਣੀ ਵਾਲੀ ਉਸ ਦੀ ਆਵਾਜ਼ ਉਸ ਦੇ ਮੂੰਹੋਂ ਨਿਕਲਦੀ ਸੀ, ਜੋ ਪਾਸ ਹੋ ਕੇ ਕੰਨ ਲਾ ਕੇ ਸੁਣੀ ਜਾਂਦੀ ਸੀ। ਉਸਨੇ ਕਿਗਿਆ ਕੇ ਆਖਿਆ, ਮੈਨੂੰ ਪਾਪੀ ਨੂੰ ਬਖਸ਼ ਲਵੋ ਅਤੇ ਬਖਸ਼ਾ ਦਿਓ ਗੁਰੂ ਸਾਹਿਬ ਪਾਸੋਂ। ਮੈਂ ਬੜਾ ਪਾਪੀ ਹਾਂ। ਮੈਂ ਆਪ ਦੇ ਪਾਸ ਆਪਣੇ ਅੰਦਰਲੇ ਪਾਪਾਂ ਦੀ ਬਿਰਥਾ ਦੱਸਦਾ ਹਾਂ ਅਤੇ ਪ੍ਰਾਸ਼ਚਿਤ ਕਰਾਉਣ ਲਈ ਪਛਤਾਤਾਪ ਆਪ ਦੇ ਪੇਸ਼ ਕਰਦਾ ਹਾਂ। ਮੈਂ ਉਸ ਨੂੰ ਹੱਲਾਸ਼ੇਰੀ ਦਿੱਤੀ ਕਿ ਨਿਸ਼ੰਕ ਖੋਲ ਕੇ ਦੱਸੋ, ਹੁਣ ਸੰਕੋਚਣ ਦਾ ਵੇਲਾ ਨਹੀਂ। ਫਿਰ ਉਸਨੇ ਹੌਲੀ ਹੌਲੀ ਅਟਕਵੀਂ ਤੇ ਥਿਥਲਦੀ ਜ਼ਬਾਨ ਤੋਂ ਆਪਣੀ ਪਾਪ ਕਹਾਣੀ ਵਰਣਨ ਕਰਨੀ ਆਰੰਭੀ। ਕੇਰ ਸਿੰਘ ਨੇ ਕਿਹਾ ਕਿ ਪਹਿਲਾ ਪਾਪ ਤਾਂ ਮੇਰਾ ਇਹ ਹੈ ਕਿ ਮੈਂ ਕੁਸੰਗ ਕਰਕੇ ਗੁਰਸਿੱਖੀ ਤੋਂ ਪਤਿਤ ਹੋ ਚੁੱਕਾ ਹਾਂ। ਜਦੋਂ ਦਾ ਮੈਂ ਇੱਥੇ ਹਜ਼ਾਰੀ ਬਾਗ ਜੇਲ੍ਹ ਵਿੱਚ ਆਇਆ ਹਾਂ, ਮੈਂ ਕੇਸ ਤਾਂ ਧਾਰਨ ਕਰ ਲਏ ਹਨ, ਪਰ ਮੈਨੂੰ ਆਪਣਾ ਪਾਪ ਅਤੇ ਤਨਖਾਹ ਬਖਸ਼ਾਉਣ ਦਾ ਅਵਸਰ ਮਿਲਦਾ ਦਿਸਦਾ ਨਹੀਂ। ਮੈਂ ਪ੍ਰਾਣਾਂ ਤੇ ਪਿਆ ਹਾਂ। ਤੁਹਾਡੇ ਬਖਸ਼ਾਉਣ ਤੋਂ ਬਖਸ਼ਿਆ ਜਾ ਸਕਦਾ ਹਾਂ, ਹੋਰ ਮੇਰੇ ਵਿੱਚ ਕੋਈ ਤਾਕਤ ਨਹੀਂ। ਦੂਜੇ, ਮੈਂ ਆਪਣੇ ਸਾਰੇ ਕਮਾਤੇ ਭਿਆਨਕ ਪਾਪ ਆਪ ਦੇ ਪਾਸ ਦੱਸ ਕੇ ਆਪਣੀ ਹਿੱਕ ਹੌਲੀ ਕਰਨਾ ਚਾਹੁੰਦਾ ਹਾਂ। ਉਹਨਾਂ ਪਾਪਾਂ ਵਿੱਚੋਂ ਸਭ ਤੋਂ ਵੱਡਾ ਬੱਜਰ ਪਾਪ ਇਹ ਮੈਥੋਂ ਹੋਇਆ ਜੋ ਸਾਰੇ ਦੁੱਖਾਂ ਦਾ ਮੂਲ ਹੈ। ਜ਼ਰਾ ਕੰਨ ਦੇ ਕੇ ਸੁਣਨਾ ਜੀ। ਆਪ ਨੂੰ ਪਤਾ ਹੋਣਾ ਹੈ ਕਿ ਫਲਾਣੇ ਸਾਲ ਫਲਾਣੀ ਤਰੀਕ ਨੂੰ ਸਾਡੇ ਪਿੰਡ ਸਾਹਨੇਵਾਲ ਇੱਕ ਪੋਲੀਟੀਕਲ ਡਾਕਾ ਪਿਆ ਸੀ। ਮੈਂ ਹੁੰਗਾਰਾ ਭਰਿਆ, ਕਿਹਾ, ਮੈਂ ਸੁਣਿਆ ਸੀ। ਕੇਰ ਸਿੰਘ ਨੇ ਫਿਰ ਬਿਆਨ ਕਰਨਾ ਸ਼ੁਰੂ ਕੀਤਾ, ਜੀ ਭਾਈ ਸਾਹਿਬ, ਉਹ ਡਾਕਾ ਮੈਂ ਹੀ ਪਵਾਇਆ ਸੀ, ਮੇਰੀ ਤਰਗੀਬ ਨਾਲ ਹੀ ਪਿਆ ਸੀ। ਸਾਡੇ ਪਿੰਡ ਸਾਹਨੇਵਾਲ ਦਾ ਇੱਕ ਸ਼ਾਹੂਕਾਰ ਮਾਲਦਾਰ ਖੱਤਰੀ ਸੀ, ਜੋ ਇਸ ਡਾਕੇ ਵਿੱਚ ਜਾਨੋਂ ਮਾਰਿਆ ਜਾਣਾ ਆਪ ਨੇ ਸੁਣਿਆ ਹੋਣਾ ਹੈ ਜਦੋਂ ਆਪ ਬਾਹਰ ਸੀ। ਮੈਂ ਆਖਿਆ, ਹਾਂ, ਇਹ ਗੱਲ ਵੀ ਸੁਣੀ ਸੀ ਕਿ ਸਾਹਨੇਵਾਲ ਇੱਕ ਸ਼ਾਹੂਕਾਰ ਇਸ ਡਾਕੇ ਵਿੱਚ ਜਾਨੋਂ ਮਾਰਿਆ ਗਿਆ। ਕੇਰ ਸਿੰਘ ਨੇ ਬੜੇ ਤਸਲੀਮ ਕੁਨ ਕਨਫਰਮਿੰਗ ਲਹਿਜੇ ਵਿੱਚ ਆਖਿਆ, ਉਸ ਸ਼ਾਹੂਕਾਰ ਦਾ ਖੂਨ ਮੇਰੇ ਸਿਰ ਤੇ ਹੀ ਹੈ। ਉਹ ਇਸ ਤਰ੍ਹਾਂ ਕਿ ਜਦੋਂ ਅਸੀਂ ਸਾਰਿਆਂ ਪੋਲੀਟੀਕਲ ਡਾਕੇਬਾਜ਼ਾਂ ਨੇ ਸਾਰੇ ਉਸ ਦੇ ਮਕਾਨ ਉੱਤੇ ਚਾਰ ਚੁਫੇਰੇ ਭਰੀਆਂ ਬੰਦੂਕਾਂ ਦੇ ਪਹਿਰੇ ਲਾ ਦਿੱਤੇ ਅਤੇ ਨਾਕਿਆਂ ਉੱਤੇ ਬੰਬਾਂ ਵਾਲੇ ਖੜੇ ਕਰ ਦਿੱਤੇ, ਫਿਰ ਸ਼ਾਹੂਕਾਰ ਦੀਆਂ ਮੁਸ਼ਕਾਂ ਕੱਸ ਲਈਆਂ ਅਤੇ ਲੱਗੇ ਉਸ ਨੂੰ ਤਸੀਹੇ ਦੇਣ। ਮਤਲਬ ਤਸੀਹੇ ਦੇਣ ਦਾ ਇਹ ਸੀ ਕਿ ਸਾਨੂੰ ਮਾਲ ਰੱਖਿਆ ਦੱਸੇ ਅਤੇ ਖਜ਼ਾਨੇ ਦੀਆਂ ਕੁੰਜੀਆਂ ਸਪੁਰਦ ਕਰ ਦੇਵੇ। ਇਹ ਸ਼ਾਹੂਕਾਰ ਬੜਾ ਹੀ ਮਾਲਦਾਰ ਤੇ ਨਕਦੀ ਵਾਲਾ ਸੀ, ਪਰ ਉਸ ਢੀਠ ਨੇ ਇੱਕੋ ਨਾ ਹੀ ਫੜ ਲਈ, ਕੁਝ ਨਾ ਦੱਸੇ। ਮੈਂ ਫੇਰ ਇਹ ਤਜਵੀਜ਼ ਦੱਸੀ ਆਪਣੇ ਸਾਥੀ ਡਾਕੂਆਂ ਨੂੰ ਕਿ ਇਹ ਇਉਂ ਨਹੀਂ ਦੱਸਦਾ, ਇਸ ਦੇ ਗਲੇ ਦੀ ਘੰਟੀ ਉੱਤੇ ਛੁਰੀ ਰੱਖੋ, ਫੇਰ ਦੱਸੇਗਾ। ਛੁਰੀ ਰੱਖੀ ਗਈ, ਪਰ ਉਹ ਫੇਰ ਵੀ ਕੁਝ ਨਾ ਦੱਸੇ। ਮੈਂ ਆਖਿਆ, ਛੁਰੀ ਫੇਰੋ ਇਸ ਦੀ ਘੰਟੀ ਤੇ। ਛੁਰੀ ਫੇਰੀ ਗਈ, ਪਰ ਉਹ ਅਜੇ ਵੀ ਨਾ ਦੱਸੇ। ਮੈਂ ਹੋਰ ਡੂੰਘੀ ਛੁਰੀ ਗਲੇ ਤੇ ਫੇਰਨ ਲਈ ਵੰਗਾਰਨ ਕੀਤਾ, ਪਰ ਉਸਨੇ ਇੱਕੋ ਚੁੱਪ ਵੱਟ ਲਈ। ਮਰਨਾ ਮਾਂਡ ਲਿਆ, ਪਰ ਧਨ ਹੱਥੋਂ ਨਾ ਜਾਣ ਦੇਣ ਦੀ ਮੱਥ ਲਈ।
ਇਉਂ ਮੁੜ-ਮੁੜ ਕੇ ਛੁਰੀ ਫੇਰਦਿਆਂ ਫਿਰਾਉਂਦਿਆਂ ਉਸ ਦੀ ਜਾਨ ਨਿਕਲ ਗਈ ਅਤੇ ਆਨਨ-ਫਾਨਨ ਹੀ ਕਤਲ ਹੋ ਗਿਆ ਜੋ ਮੇਰੇ ਪੈਰੋਂ ਹੋਇਆ। ਕੇਸ ਕਤਲ ਤੇ ਡਾਕੇ ਦਾ ਸਾਡੇ ਤੇ ਚੱਲ ਪਿਆ, ਹੱਥ ਵੀ ਕੁਝ ਨਾ ਆਇਆ। ਮੈਂ ਇੱਥੇ ਆਪ ਨੂੰ ਇੱਕ ਗੱਲ ਪ੍ਰਗਟ ਕੀਤੇ ਬਿਨਾਂ ਨਹੀਂ ਰਹਿ ਸਕਦਾ ਕਿ ਸਾਡਾ ਕਾਜ਼ ਕਿਉਂ ਫੇਲ ਹੋਇਆ। ਬੜਾ ਉਪਕਾਰ ਭਰਿਆ ਪਵਿੱਤਰ ਕਾਜ਼ ਸੀ, ਇਸ ਨੇ ਕਦੇ ਫੇਲ ਨਹੀਂ ਸੀ ਹੋਣਾ। ਫੇਲ ਸਿਰਫ ਇਸ ਕਰਕੇ ਹੋਇਆ ਕਿ ਮੇਰੇ ਵਰਗੇ ਪਾਪੀ ਪੁਰਸ਼, ਮੈਂ ਇੱਕ ਨਹੀਂ ਹੋਰ ਵੀ ਕਈ ਹੋਣਗੇ, ਇਸ ਮੂਵਮੈਂਟ ਵਿੱਚ ਸ਼ਾਮਲ ਹੋ ਗਏ ਸਨ ਅਤੇ ਇਹੋ ਜਿਹੇ ਉਪਦਰਵ ਪੋਲੀਟੀਕਲ ਡਾਕਿਆਂ ਵਿੱਚ ਇੱਕੜ ਦੁੱਕੜ ਨਹੀਂ ਕਈ ਹੋ ਗਏ ਹੋਣਗੇ। ਪਰ ਮੈਨੂੰ ਹੋਰਾਂ ਦੀ ਕੀ ਪਈ, ਮੈਨੂੰ ਤਾਂ ਆਪਣੇ ਕੀਤੇ ਦੀ ਪਈ ਹੋਈ ਹੈ। ਉਹ ਜਿਹੜੀ ਛੁਰੀ ਉਸ ਸ਼ਾਹੂਕਾਰ ਦੇ ਗਲੇ ਤੇ ਫਿਰੀ ਸੀ ਜਿਸ ਨੇ ਕਿ ਉਸ ਦੀ ਓੜਕ ਜਾਨ ਕੱਢ ਲਈ, ਉਹੀ ਛੁਰੀ ਹੁਣ ਮੇਰੇ ਗਲ ਤੇ ਵੀ ਫਿਰੇਗੀ। ਆਪਣੇ ਅਮਲਾਂ ਦਾ ਹਿਸਾਬ ਜ਼ਰੂਰ ਹੱਥੋਂ ਹੱਥੀ ਦੇਣਾ ਪੈਂਦਾ ਹੈ। ਕਈ ਇੱਥੇ ਦੇ ਦਿੰਦੇ ਹਨ, ਕਈ ਅੱਗੇ ਜਾ ਕੇ, ਕਈ ਦੋਹੀਂ ਥਾਈਂ ਇੱਥੇ ਉੱਥੇ ਦਿੰਦੇ ਹਨ। ਮੈਨੂੰ ਹੰਜੀਰਾਂ ਦੀ ਬਿਮਾਰੀ ਐਸੀ ਲਾਹਕ ਹੋਈ ਹੈ ਕਿ ਮੇਰੇ ਗਲੇ ਉੱਤੇ ਲੱਖ ਲੱਖ ਛੁਰੀ ਫਿਰ ਰਹੀ ਹੈ। ਲੱਖ ਲੱਖ ਛੁਰੀਆਂ ਦੇ ਡੰਗਾਂ ਵਾਲਾ ਅਸਹਿ ਦਰਦ ਮੇਰੀ ਗਰਦਨ ਤੇ ਹੋ ਰਿਹਾ ਹੈ। ਐਸੀਆਂ ਪੀੜਾਂ ਪੈਂਦੀਆਂ ਹਨ ਕਿ ਦਿਨ ਰਾਤ ਤੜਫਾਉਂਦੀਆਂ ਹਨ। ਨਾ ਜਾਨ ਨਿਕਲਦੀ ਮੁੱਕਦੀ ਹੈ, ਨਾ ਇੱਕ ਖਿਣ ਮਾਤਰ ਵੀ ਭਿਅੰਕਰ ਤਕਲੀਫ ਹਟਦੀ ਹੈ। ਉੱਪਰੋਂ ਸਭ ਤੋਂ ਬੜੀ ਤਕਲੀਫ ਹੁਣ ਕੁਝ ਦਿਨਾਂ ਤੋਂ ਇਹ ਭਿਆਨਕ ਸ਼ਕਲ ਦਿਖਲਾ ਰਹੀ ਹੈ ਕਿ ਉਹੀ ਸ਼ਾਹੂਕਾਰ ਜਿਸ ਦੇ ਗਲੇ ਉੱਤੇ ਮੈਂ ਛੁਰੀ ਫਿਰਵਾਈ ਸੀ, ਵਿਕਰਾਲ ਪ੍ਰੇਤ ਦੀ ਸ਼ਕਲ ਵਿੱਚ ਮੇਰੇ ਸਾਹਮਣੇ ਖੜਾ ਮੈਨੂੰ ਡਰਾਉਂਦਾ ਰਹਿੰਦਾ ਹੈ, ਜਿਸ ਤੋਂ ਮੇਰੀਆਂ ਡਾਢਾਂ ਨਿਕਲ ਜਾਂਦੀਆਂ ਹਨ। ਹੁਣੇ ਆਪ ਦੇ ਆਉਣ ਕਰਕੇ ਉਹ ਨੱਸਿਆ ਹੈ, ਹੁਣ ਤਾਂ ਹੀ ਮੁੜ ਨਹੀਂ ਆਇਆ, ਨਹੀਂ ਤਾਂ 5-5 ਮਿੰਟ ਪਿੱਛੋਂ ਮੈਨੂੰ ਆ ਕੇ ਡਰਾਉਂਦਾ ਹੈ। ਮੈਨੂੰ ਪੱਕ ਪ੍ਰਤੀਤ ਹੋ ਗਈ ਹੈ ਕਿ ਭਜਨ ਦੇ ਪ੍ਰਤਾਪ ਨਾਲ ਉਹ ਆਉਣ ਤੇ ਡਰਾਉਣ ਤੋਂ ਪਰੇ ਭੱਜ ਗਿਆ ਹੈ। ਆਪ ਗੁਰੂ ਕੇ ਭਜਨੀਕ ਪੁਰਸ਼ ਹੋ, ਮੈਨੂੰ ਤਾਂ ਪਹਿਲਾਂ ਹੀ ਭਾਰੀ ਯਕੀਨ ਸੀ, ਪਰ ਹੁਣ ਭਾਰੀ ਭਰੋਸਾ ਵੱਜ ਗਿਆ ਹੈ ਕਿ ਆਪ ਦੇ ਤੁਫੈਲ ਮੇਰੀ ਵੀ ਬੰਦ ਖਲਾਸੀ ਹੋ ਜਾਵੇਗੀ। ਕੇਰ ਸਿੰਘ ਦੀ ਇਹ ਅਤ ਦੁਖੀ ਦਸ਼ਾ ਦੇਖ ਕੇ ਮੈਨੂੰ ਉਸ ਦੇ ਉੱਪਰ ਬੜਾ ਤਰਸ ਆਇਆ। ਮੇਰਾ ਜੀਓ ਕਰੇ ਕਿ ਇਸ ਨੂੰ ਭਜਨ ਗੁਰਮੰਤਰ ਦੱਸ ਦੇਵਾਂ, ਪਰ ਗੁਰਮਤ ਅਸੂਲ ਦੀ ਹੁਕਮ ਅਦੂਲੀ ਹੋ ਜਾਣ ਦੇ ਕਾਰਨ ਦੱਸਣੋਂ ਡਰ ਆਉਂਦਾ ਸੀ। ਸਾਰੀ ਉਮਰ ਐਸਾ ਗੁਰਮਤ ਵਿਰੁੱਧ ਕੋਈ ਕੰਮ ਨਹੀਂ ਕੀਤਾ ਗਿਆ। ਮੈਨੂੰ ਇਹ ਪੱਕਾ ਯਕੀਨ ਸੀ ਕਿ ਇਸ ਵੇਲੇ ਨਾਮ ਹੀ ਇਸ ਦੀ ਸਹਾਇਤਾ ਕਰ ਸਕਦਾ ਹੈ, ਪਰ ਨਾਮ ਮਿਲੇ ਤਾਂ ਕਿਵੇਂ ਮਿਲੇ? ਪੰਜਾਂ ਪਿਆਰਿਆਂ ਦਾ ਸੰਗਮ ਸਮਾਗਮ ਜੇਲ੍ਹ ਵਿੱਚ ਵੱਜ ਨਹੀਂ ਸਕਦਾ। ਮੈਨੂੰ ਇਕੱਲੇ ਨੂੰ ਭਜਨ ਦੱਸ ਦੇਣ ਦਾ ਹੁਕਮ ਨਹੀਂ। ਓੜਕ ਮੈਂ ਉਸ ਨੂੰ ਪੁੱਛਿਆ ਕਿ ਤੁਹਾਡੇ ਆਰੀਆ ਮਤ ਵਿੱਚ ਆਰੀਆ ਬਣਾਉਣ ਦੀ ਰਸਮ ਅਦਾ ਕਰਨ ਸਮੇਂ ਕੋਈ ਭਜਨ ਵੀ ਤੁਹਾਡੇ ਮਤ ਦਾ ਤੁਹਾਨੂੰ ਦੱਸਿਆ ਹੋਣਾ ਹੈ। ਉਸ ਹੀ ਨਾਮ ਦਾ ਭਜਨ ਕਰੋ, ਸ਼ਾਇਦ ਆਪ ਦੇ ਸੰਕਟ ਕੱਟੇ ਜਾਣ। ਮੇਰੇ ਇਤਨਾ ਕਹਿਣ ਪਰ ਉਹ ਕੁਝ ਮਿੰਟਾਂ ਲਈ ਗੁੰਮ ਹੋ ਗਿਆ ਅਤੇ ਅੱਖੀਆਂ ਮੀਚ ਲਈਆਂ। ਓੜਕ ਅੱਖਾਂ ਖੋਲੀਆਂ ਤੇ ਸਿਰ ਫੇਰਿਆ ਅਤੇ ਬੜੀ ਹੀ ਔਖ ਅਤੇ ਮੁਸ਼ਕਲ ਨਾਲ ਉਸ ਦੀ ਜ਼ੁਬਾਨ ਵਿੱਚੋਂ ਮਸਾਂ ਹੇ ਈਸ਼ਵਰ ਹੀ ਨਿਕਲਿਆ। ਫਿਰ ਉਹ ਰੋ ਕੇ ਦੱਸਣ ਲੱਗਿਆ ਕਿ ਮੈਂ ਖੂਬ ਅੰਤਰ ਧਿਆਨ ਹੋ ਕੇ ਦੇਖ ਲਿਆ ਅਤੇ ਯਤਨ ਪੂਰਾ ਕੀਤਾ ਕਿ ਕਿਵੇਂ ਮੇਰੇ ਮੂੰਹੋਂ ਮੈਨੂੰ ਦੱਸਿਆ ਜਾਂ ਆਪੇ ਦ੍ਰਿੜ ਹੋਇਆ ਮੰਤਰ ਨਿਕਲ ਸਕੇ। ਮੇਰੀਆਂ ਬਹੁਤ ਕੋਸ਼ਿਸ਼ਾਂ ਨਾਲ ਮਸਾਂ ਇੱਕ ਵਾਰੀ ਹੀ ਮੈਂ ਮੂੰਹੋਂ ਇਸ ਦਾ ਉਚਾਰਨ ਕਰ ਸਕਿਆ ਹਾਂ, ਪਰ ਬਸ ਹੋ ਗਈ। ਭਾਈ ਸਾਹਿਬ ਜੀ, ਇਸ ਵੇਲੇ ਜੋ ਅਤੀ ਕਠਨ ਅਤੇ ਮੁਸ਼ਕਲ ਤੋਂ ਮੁਸ਼ਕਲ ਔਕੜ ਮੇਰੇ ਦਰਪੇਸ਼ ਹੈ, ਉਹ ਇਹ ਹੈ ਕਿ ਮੇਰੇ ਮੂੰਹੋਂ ਨਾਮ ਨਹੀਂ ਨਿਕਲ ਸਕਦਾ। ਇਹ ਗੱਲ ਪੱਕ ਜਾਣੋ ਕਿ ਜਿਸ ਨੇ ਸਾਰੀ ਉਮਰ ਪਾਪ ਹੀ ਪਾਪ ਕਮਾਏ ਹੋਣ, ਉਸ ਨੂੰ ਸਭ ਤੋਂ ਬੜੀ ਸਜ਼ਾ ਇਹੋ ਹੈ ਕਿ ਉਹ ਨਾਮ ਨਾ ਜਪ ਸਕੇ। ਸੋ ਮੈਂ ਤਾਂ ਉੱਕਾ ਹੀ ਅਸਮਰੱਥ ਹਾਂ ਕੋਈ ਨਾਮ ਉਚਾਰਨੇ ਤੋਂ। ਮੈਨੂੰ ਚਾਰ ਚੁਫੇਰਿਓਂ ਗੁਰਜਾਂ ਪੈਂਦੀਆਂ ਹਨ। ਹੁਣ ਮੇਰਾ ਇੱਕੋ ਹੀ ਬਚਾਓ ਹੈ ਅਤੇ ਇਹੋ ਹੀ ਮੇਰੇ ਤੇ ਵੱਡਾ ਉਪਕਾਰ ਹੈ। ਉਹ ਇਹ ਹੈ ਕਿ ਮੈਂ ਪਾਪੀ ਤੋਂ ਤਾਂ ਕੁਝ ਨਹੀਂ ਹੋ ਸਕਦਾ। ਆਪ ਕਿਰਪਾ ਕਰਕੇ ਮੇਰੇ ਸਾਰੇ ਕੀਤੇ ਗੁਨਾਹਾਂ ਦਾ ਕਫਾਰਾ ਆਪਣੀ ਅਰਦਾਸ ਦੁਆਰਾ ਕਰਵਾਓ। ਮੇਰੇ ਨਿਮਿਤ ਇਤਨੀ ਹੀ ਅਰਦਾਸ ਕਰੋ ਕਿ ਮੇਰੀ ਜਾਨ ਹੁਣ ਮੇਰੇ ਪਿੰਜਰ ਵਿੱਚੋਂ ਨਿਕਲ ਜਾਵੇ ਅਤੇ ਮੈਂ ਇਸ ਦਾਰਨ ਦੁੱਖ ਤੋਂ ਬਚ ਜਾਵਾਂ। ਨਹੀਂ ਤਾਂ ਪਤਾ ਨਹੀਂ ਕਿਤਨੇ ਦਿਨ ਹੋਰ ਇਸੇ ਤਰ੍ਹਾਂ ਲਮਕਦਾ ਰਹਾਂਗਾ। ਤੁਹਾਡੀ ਗੁਰੂ ਘਰ ਦੀ ਅਰਦਾਸ ਹੀ ਮੈਨੂੰ ਬਚਾ ਸਕਦੀ ਹੈ ਅਤੇ ਮੇਰੀ ਸਹਾਈ ਹੋ ਸਕਦੀ ਹੈ, ਨਹੀਂ ਤਾਂ ਮੇਰਾ ਠਿਕਾਣਾ ਕੁਛ ਨਹੀਂ। ਮੈਂ ਆਪ ਨੂੰ ਆਪਣੇ ਕੀਤੇ ਕਿਲਵਖਾਂ ਪਾਪਾਂ ਦੇ ਹਾਲ ਨੂੰ ਖੋਲ੍ਹ ਕੇ ਦੱਸ ਚੁੱਕਾ ਹਾਂ ਅਤੇ ਪੂਰਨ ਪਛਤਾਤਾਪ ਕਰਦਾ ਹਾਂ। ਪ੍ਰਾਸ਼ਚਿਤ ਕਰਨ ਖਾਤਰ ਹੀ ਮੈਂ ਆਪ ਨੂੰ ਆਪਣੇ ਪਾਸ ਬੁਲਾਇਆ ਹੈ।
ਮੈਨੂੰ ਯਕੀਨ ਹੈ ਕਿ ਆਪ ਹੀ ਮੈਨੂੰ ਇਸ ਦੁੱਖ ਤੋਂ ਛੁਡਾਓਗੇ। ਆਪ ਦੇ ਆਉਣ ਨਾਲ ਹੀ ਅੱਧੇ ਘੰਟੇ ਤੋਂ ਮੈਂ ਬੜਾ ਸੁਖੀ ਹਾਂ ਅਤੇ ਉਹ ਪ੍ਰੇਤ ਮੈਨੂੰ ਡਰਾਉਣੋਂ ਹਟ ਗਿਆ ਹੈ। ਮੇਰੀ ਨਿਮਿਤ ਆਪ ਅਰਦਾਸ ਕਰੋਗੇ ਤਾਂ ਮੇਰਾ ਛੁਟਕਾਰਾ ਪਾਪਾਂ ਤੋਂ ਜ਼ਰੂਰ ਹੋ ਜਾਵੇਗਾ। ਇਸ ਪ੍ਰਕਾਰ ਘਿਘਿਆ ਕੇ ਬੇਨਤੀਆਂ ਕਰਦੇ ਦੀਆਂ ਘੱਗਾਂ ਬੈਠ ਗਈਆਂ ਅਤੇ ਉਹ ਬੇਹੋਸ਼ ਹੋ ਗਿਆ। ਇਤਨੇ ਨੂੰ ਸੁਪਰਿੰਟੈਂਡੈਂਟ ਮੈਨੂੰ ਲੈ ਜਾਣ ਲਈ ਆ ਗਿਆ ਅਤੇ ਮੈਨੂੰ ਲੈ ਕੇ ਮੇਰੇ ਬਲਾਕ ਵਿੱਚ ਮੇਰੀ ਕੋਠੀ ਵਿੱਚ ਮੈਨੂੰ ਛੱਡ ਆਇਆ। ਮੈਂ ਆਪਣੇ ਬਲਾਕ ਵਿੱਚ ਪੁੱਜਣ ਸਾਰ ਹੀ ਸੁਪਰਿੰਟੈਂਡੈਂਟ ਦੇ ਖੜੋਤਿਆਂ ਸਭ ਨਾਲ ਦੇ ਸੱਜਣਾਂ ਨੂੰ ਪ੍ਰੇਰ ਕੇ ਬਿਨੈ ਕੀਤੀ ਕਿ ਕੇਰ ਸਿੰਘ ਦੀ ਨਿਮਿਤ ਅੱਜ ਸਾਰੀ ਰਾਤ ਸਭ ਨੇ ਸ੍ਰੀ ਸੁਖਮਨੀ ਸਾਹਿਬ ਦੇ ਜਿਤਨੇ ਵੀ ਅਖੰਡ ਪਾਠ ਹੋ ਸਕਣ ਕਰਨੇ। ਘੱਟ ਤੋਂ ਘੱਟ ਇੱਕ ਪਾਠ ਸੁਖਮਨੀ ਸਾਹਿਬ ਦਾ ਜ਼ਰੂਰ ਕਰੋ। ਸੋ ਉਹ ਸਾਰੇ ਹੀ ਜੁਟ ਗਏ। ਮੈਂ ਵੀ ਅੰਦਰ ਪੁੱਜ ਕੇ ਜੁਟ ਗਿਆ ਅਤੇ ਅਰਦਾਸ ਬੇਨਤੀਆਂ ਕੀਤੀਆਂ ਗਈਆਂ। ਅਗਲੇ ਦਿਨ ਉਸ ਦੀ ਹਾਲਤ ਦੇਖ ਕੇ ਉਸ ਨਾਲ ਸਾਰੇ ਸਿੱਖਾਂ ਦੀ ਹੀ ਮੁਲਾਕਾਤ ਕਰਾ ਦਿੱਤੀ। ਇਸ ਤੋਂ ਅਗਲੇ ਦਿਨ ਕੇਰ ਸਿੰਘ ਅਕਾਲ ਚਲਾਣਾ ਕਰ ਗਿਆ। ਸੂਰਜ ਚੜ੍ਹਦੇ ਹੀ ਮੇਰੇ ਪਾਸ ਸੁਪਰਿੰਟੈਂਡੈਂਟ ਨੱਸਾ ਆਇਆ ਅਤੇ ਆਉਂਦਾ ਹੀ ਦੱਸਣ ਲੱਗਾ ਕਿ ਇਹ ਬੜਾ ਮੌਜਜ਼ਾ ਹੋਇਆ ਆਪ ਦੀ ਮੁਲਾਕਾਤ ਦਾ। ਕੇਰ ਸਿੰਘ ਉਸ ਤੋਂ ਬਾਅਦ ਆਰਾਮ ਵਿੱਚ ਪਿਆ ਰਿਹਾ। ਉਸ ਨੂੰ ਕੋਈ ਤਕਲੀਫ ਨਹੀਂ ਹੋਈ, ਨਾ ਹੀ ਉਸ ਨੂੰ ਫੇਰ ਪ੍ਰੇਤ ਨੇ ਤੰਗ ਕੀਤਾ। ਤੰਗ ਕੀ, ਉਹ ਮੁੜ ਕੇ ਉਸ ਨੂੰ ਡਰਾਉਣ ਆਇਆ ਹੀ ਨਹੀਂ। ਇਹ ਗੱਲ ਉੱਥੋਂ ਦੇ ਪਹਿਰੇਦਾਰ ਆਪਣੀ ਜ਼ਬਾਨੀ ਤਸਦੀਕ ਕਰਦੇ ਹਨ ਅਤੇ ਦਿਨ ਚੜ੍ਹਦੇ ਨੂੰ ਉਹ ਪ੍ਰਾਣ ਤਿਆਗ ਗਿਆ। ਇਹ ਗੱਲ ਦੱਸ ਕੇ ਸੁਪਰਿੰਟੈਂਡੈਂਟ ਚਲਦਾ ਲੱਗਾ। ਅਸੀਂ ਸਾਰਿਆਂ ਨੇ ਉਸ ਦੇ ਚਲਾਣੇ ਨਿਮਿਤ ਅੰਦਰ ਬੈਠਿਆਂ ਨੇ ਫੇਰ ਅਰਦਾਸ ਕੀਤੀ। ਇਉਂ ਕੇਰ ਸਿੰਘ ਦਾ ਬਿਰਤਾਂਤ ਹੈ ਅਤੇ ਜਮਤਰਾਸ ਦੀ ਗਵਾਹੀ ਅੱਖੀਂ ਦੇਖੀ ਪ੍ਰਤੱਖ ਹੈ। ਇਹਨਾਂ ਦੋਹਾਂ ਉੱਪਰਲੀਆਂ ਉਦਾਹਰਣਾਂ ਦੇ ਸਾਹਮਣੇ ਜਮ ਦੀ ਹੋਂਦ ਤੋਂ ਮੁਨਕਰ ਹੋਣ ਦੀ ਉੱਕੀ ਹੀ ਗੁੰਜਾਇਸ਼ ਨਹੀਂ ਰਹਿ ਸਕਦੀ। ਜਿਸ ਨੂੰ ਅਜੇ ਵੀ ਸ਼ੰਕਾ ਹੋਵੇ ਤਾਂ ਉਸ ਦੀ ਕਿਸਮਤ ਮਾੜੀ, ਕਿਉਂਕਿ ਭਰੋਸੇਹੀਣ ਸ਼ੰਕਾ ਕਰਨ ਵਾਲਿਆਂ ਹੁਜਤੀਆਂ ਦਾ ਇਲਾਜ ਹੀ ਕੋਈ ਨਹੀਂ। ਇਹ ਗੱਲ ਬਿਲਕੁਲ ਸੱਚ ਹੈ ਕਿ ਹਰ ਗੁਣ ਗਾਉਣ ਹਾਰਿਆਂ ਦੇ, ਸ਼ਬਦ ਬਾਣੀ ਧਿਆਉਣ ਹਾਰਿਆਂ ਦੇ ਨਾ ਜਮ ਨੇੜੇ ਆਉਂਦਾ ਹੈ, ਨਾ ਕੋਈ ਦੁੱਖ ਦਰਦ ਤਿਨਾਂ ਨੂੰ ਸਤਾਉਂਦਾ ਹੈ। ਯਥਾ ਗੁਰਵਾਕ ਦੁੱਖ ਦਰਦ ਜਮ ਨੇੜ ਨਾ ਆਵੈ, ਕਉ ਨਾਨਕ ਜੋ ਹਰ ਗੁਣ ਗਾਵੈ। ਗੌੜੀ ਮਹੱਲਾ ਪੰਜਵਾਂ। ਵਾਹਿਗੁਰੂ ਨੂੰ ਵਿਸਾਰਿਆਂ ਹੀ ਘਨੇਰੇ ਦੁੱਖ ਲੱਗਦੇ ਹਨ। ਵਾਹਿਗੁਰੂ ਦੀ ਸੇਵਾ ਸਿਮਰਨ ਕਰਨ ਹਾਰਿਆਂ ਦੇ ਜਮ ਨੇੜੇ ਨਹੀਂ ਆਉਂਦਾ। ਯਥਾ ਗੁਰਵਾਕ ਹਰ ਬਿਸਰੈ ਦੁੱਖ ਰੋਗ ਘਨੇਰੇ, ਪ੍ਰਭ ਸੇਵਾ ਜਮ ਲੱਗੈ ਨਾ ਨੇਰੇ। ਗੌੜੀ ਮਹੱਲਾ ਪੰਜਵਾਂ। ਜਿਨ੍ਹਾਂ ਨੂੰ ਨਾਮ ਦਾ ਓਲਾ ਹੈ ਤਿਨਾਂ ਨੂੰ ਜਮ ਦਾ ਭੈ ਹੀ ਨਹੀਂ। ਨਾਮ ਬਿਨਾ ਹੋਰ ਅਨੇਕ ਕਰਮ ਦੇ ਕਰਨ ਕਰਾਵਨ ਹਾਰਿਆਂ ਨੂੰ ਜਮੂਆਂ ਆ ਕੇ ਵਿਆਪਦਾ ਹੈ। ਯਥਾ ਗੁਰਵਾਕ ਜੀਅ ਰੇ ਓਲਾ ਨਾਮ ਕਾ, ਅਵਰ ਜੇ ਕਰਨ ਕਰਾਵਨੋ ਤਿਨ ਮੈਂ ਭਉ ਹੈ ਜਾਮ ਕਾ। ਰਹਾਉ। ਗੌੜੀ ਮਹੱਲਾ ਪੰਜਵਾਂ। ਵਾਹਿਗੁਰੂ ਪਾਰ ਬ੍ਰਹਮ ਜਿਸ ਘਟ ਵਿੱਚ ਵਸਿਆ ਹੈ ਸੋਈ ਥਾਂ ਸੁਹਾਵਾ ਹੈ ਅਤੇ ਰਸਨਾ ਕਰਕੇ ਹਰ ਗੁਣ ਗਾਵਣ ਨਾਲ ਜਮ ਕੰਕਰ ਨੇੜੇ ਨਹੀਂ ਆਉਂਦਾ। ਯਥਾ ਗੁਰਵਾਕ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਂ, ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਓ। ਗੌੜੀ ਮਹੱਲਾ ਪੰਜਵਾਂ। ਮਾਝ। ਸੰਸਾਰ ਦੇ ਜਿਤਨੇ ਵੀ ਸੁਲਤਾਨ ਖਾਨ ਬਾਦਸ਼ਾਹ ਹਨ ਸਭ ਜਮ ਦੇ ਚੀਰੇ ਵਿੱਚ ਹਨ ਅਤੇ ਕਾਲ ਦਾ ਲੁਕਮਾ ਹਨ, ਕਿਉਂਕਿ ਇਹ ਸਭ ਨਾਮ ਤੋਂ ਭੁੱਲੇ ਹੋਏ ਹਨ। ਇਹਨਾਂ ਸਭਨਾਂ ਨੂੰ ਜਮ ਦਾ ਦੁੱਖ ਸਹਿਣਾ ਪਵੇਗਾ। ਯਥਾ ਗੁਰਵਾਕ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋਂ ਭੂਲੈ ਜਮ ਕਾ ਦੁੱਖ ਸਹਿਣਾ। ਗੌੜੀ ਮਹੱਲਾ ਪਹਿਲਾ। ਇਹ ਸੰਸਾਰ ਸਾਰਾ ਅਤੇ ਸਾਰੇ ਹੀ ਸੰਸਾਰੀ ਪੁਰਸ਼ ਹਉਮੈ ਦੀ ਮੈਲ ਨਾਲ ਮੈਲੇ ਹੋਏ ਵੇ ਹਨ। ਚਾਹੇ ਉਹ ਨਿਤ ਨਿਤ ਤੀਰਥੀ ਨਹਾਉਣ, ਪਰ ਉਹਨਾਂ ਦਾ ਹੰਕਾਰ ਨਹੀਂ ਕਦੇ ਜਾਂਦਾ। ਸਤਿਗੁਰੂ ਪੂਰਾ ਭੇਟੇ ਬਾਝੋਂ ਉਹਨਾਂ ਨੂੰ ਜਮ ਖੁਆਰ ਕਰਦਾ ਹੈ। ਮਾਇਆ ਧਾਰੀਆਂ ਦੇ ਪੂਜੇ ਪੰਡਿਤ ਵੀ ਮਾਇਆ ਦੇ ਹੀ ਮੁਥਾਜ ਹਨ। ਉਹ ਪੰਡਿਤ ਕਾਹਦਾ ਹੈ ਜੋ ਮਾਇਆ ਦਾ ਮੁਥਾਜ ਹੈ। ਵਿਖਿਆ ਰੱਤਾ ਭਾਵੇਂ ਕੋਈ ਹੋਵੇ ਬਹੁਤ ਦੁੱਖ ਪਾਵੇਗਾ। ਉਸ ਦੇ ਗਲ ਜਮ ਦਾ ਜੇਵੜਾ ਜ਼ਰੂਰ ਪਵੇਗਾ ਅਤੇ ਨਿਤ ਨਿਤ ਉਸ ਨੂੰ ਕਾਲ ਸੰਤਾਵੇਗਾ। ਯਥਾ ਗੁਰਵਾਕ ਹਉਮੈ ਮੈਲਾ ਇਹ ਸੰਸਾਰਾ, ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਗੌੜੀ ਮਹੱਲਾ ਤੀਜਾ। ਮਾਇਆ ਕਾ ਮੁਹਤਾਜ ਪੰਡਿਤ ਕਹਾਵੈ, ਵਿਖਿਆ ਰਾਤਾ ਬਹੁਤ ਦੁੱਖ ਪਾਵੈ, ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੈ। ਗੌੜੀ ਮਹੱਲਾ ਤੀਜਾ।
ਪਖੰਡੀਆਂ ਲੋਭੀਆਂ ਨੂੰ ਅੱਗੇ ਜਾ ਕੇ ਜਮ ਸਜ਼ਾਵਾਂ ਦਿੰਦਾ ਹੈ। ਯਥਾ ਗੁਰਵਾਕ ਮਨ ਕਰ ਹਲਾ ਤੂੰ ਮੀਤ ਮੇਰਾ, ਪਾਖੰਡ ਲੋਭ ਤਜਾਏ, ਪਾਖੰਡ ਲੋਭੀ ਮਾਰੀਐ, ਜਮ ਡੰਡ ਦੇ ਸਜ਼ਾਏ। ਗੌੜੀ ਪੂਰਬੀ ਮਹੱਲਾ ਚੌਥਾ। ਕਰਹਲੇ। ਨਾਮ ਦਾ ਖੰਡਾ ਖੜਕਾਉਣ ਹਾਰੇ ਗੁਰ ਸ਼ਬਦ ਖੜਗੇਸ਼ੀਆਂ ਨੇ ਜਮ ਬਿਖੜੇ ਨੂੰ ਮਲ ਦਲ ਕੇ ਮਾਰ ਛੱਡਿਆ ਹੈ। ਯਥਾ ਗੁਰਵਾਕ ਮਨ ਕਰਖਲਾ ਵੱਡ ਭਾਗੀਆ, ਤੂੰ ਗਿਆਨ ਰਤਨ ਸੰਭਾਲ, ਗੁਰ ਗਿਆਨ ਖੜਗ ਹੱਥ ਧਾਰਿਆ, ਜਮ ਮਾਰਿਆੜਾ ਜਮਕਾਲ। ਗੌੜੀ ਮਹੱਲਾ ਚੌਥਾ। ਦੀਨ ਸ਼ਰਨ ਸ਼੍ਰੀ ਸਤ ਵਾਹਿਗੁਰੂ ਦਾ ਨਾਮ ਦੁੱਖ ਹਰਨ ਹਾਰਾ ਹੈ। ਉਸ ਦੇ ਚਰਨ ਕਮਲ ਅਰਾਧਿਆਂ ਅਤੇ ਨਿਮਕ ਸਿਮਰਨ ਮਨ ਬਚਨ ਕਰਮ ਕਰਕੇ ਕੀਤਿਆਂ ਜਮ ਦਾ ਮਾਰਗ ਸਾਧਿਆ ਜਾਂਦਾ ਹੈ। ਯਥਾ ਗੁਰਵਾਕ ਦੁੱਖ ਹਰਨ ਦੀਨ ਸ਼ਰਨ ਸ੍ਰੀਧਰ, ਚਰਨ ਕਮਲ ਅਰਾਧਿਐ, ਜਮ ਪੰਥ ਬਿਖੜਾ ਅਗਨ ਸਾਗਰ, ਨਿਮਕ ਸਿਮਰਤ ਸਾਧਿਐ। ਗੌੜੀ ਮਹੱਲਾ ਪੰਜਵਾਂ। ਛੰਤ। ਨਾਮ ਜਪਣ ਹਾਰਿਆਂ ਗੁਰਮੁਖਾਂ ਦੀ ਸਤ ਸੰਗਤ ਵਿੱਚ ਸਮਾਉਣ ਹਾਰਿਆਂ ਦੇ ਨੇੜੇ ਆਉਣੋਂ ਜਮਦੂਤ ਟਲ ਜਾਂਦੇ ਹਨ। ਯਥਾ ਗੁਰਵਾਕ ਟੋਹੇ ਟਾਹੇ ਬਹੁ ਭਵਨ, ਬਿਨ ਨਾਵੇਂ ਸੁਖ ਨਾ ਹੈ, ਟਲੈ ਜਾਮ ਕੇ ਦੂਤੈਂ, ਜੋ ਸਾਧੂ ਸੰਗ ਸਮਾਹੈਂ। 52 ਅੱਖਰੀ ਮਹੱਲਾ ਪੰਜਵਾਂ। ਜਿੱਥੇ ਗੁਰੂ ਘਰ ਦੇ ਗੁਰਮੁਖ ਸਾਧ ਸੰਤ ਜਨ ਪਰਸਪਰ ਮਿਲ ਕੇ ਗੋਬਿੰਦ ਦਾ ਭਜਨ ਕਰਦੇ ਹਨ, ਨਿਤ ਨਿਤ ਸਿਮਰਨ ਕੀਰਤਨ ਗਾਉਂਦੇ ਹਨ, ਉੱਥੇ ਜਮ ਦੇ ਦੂਤ ਨੇੜੇ ਨਹੀਂ ਆ ਸਕਦੇ। ਬਲਕਿ ਧਰਮ ਰਾਏ ਆਪਣੇ ਜਮਦੂਤਾਂ ਨੂੰ ਤਾੜਨਾ ਸਹਿਤ ਤਾਕੀਦ ਕਰਦਾ ਹੈ ਕਿ ਦੇਖਣਾ ਕਿਤੇ ਤੁਸੀਂ ਗੁਰਮੁਖ ਭਜਨੀਕ ਕੀਰਤਨੀ ਜਨਾਂ ਦੀ ਸੰਗਤ ਸਮਾਗਮਾਂ ਦੇ ਨੇੜੇ ਨਹੀਂ ਟੁਕਣਾ। ਜੇ ਗਏ ਤਾਂ ਉੱਥੇ ਮਾਰੇ ਜਾਓਗੇ। ਹੇ ਜਮਦੂਤ, ਉੱਥੇ ਤਾਂ ਨਾ ਮੇਰਾ ਛੁਟਕਾਰਾ ਹੈ ਨਾ ਤੇਰਾ ਛੁਟਕਾਰਾ ਹੈ। ਚਾਹੇ ਆਪਾਂ ਦੋਈ ਵੱਖੋ ਵੱਖ ਹੋ ਕੇ ਸਾਧ ਸੰਗਤ ਦੇ ਨੇੜੇ ਜਾਈਏ, ਚਾਹੇ ਦੋਈ ਇਕੱਠੇ ਹੋ ਕੇ, ਚਾਹੇ ਜਮਦੂਤਾਂ ਸੰਯੁਕਤ ਉੱਥੇ ਜਾਈਏ, ਤਾਂ ਵੀ ਸਾਡਾ ਛੁਟਕਾਰਾ ਨਹੀਂ। ਯਥਾ ਗੁਰਵਾਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਧੂਣੈ ਛੁਟੈ, ਨਿਕਟ ਨ ਜਾਈਓ ਦੂਤ। ਗੌੜੀ 52 ਅੱਖਰੀ। ਸ਼ਲੋਕ। ਜਿਸ ਦੇ ਹਿਰਦੇ ਵਿੱਚ ਨਾਮ ਵਸਦਾ ਹੈ, ਉਸ ਦੀ ਜਮ ਦੀ ਤਰਾਸ ਮਿਟ ਜਾਂਦੀ ਹੈ। ਜਮ ਪੰਥ ਮਾਰਗ ਦੀ ਤਰਾਸ ਹੀ ਤਿਸ ਦੀ ਨਹੀਂ ਰਹਿੰਦੀ। ਨਾਮ ਧਿਆਵਣ ਹਾਰੇ ਗੁਰਮੁਖ ਜਨ ਦੀ ਮਤ ਪ੍ਰਗਾਸ ਹੋ ਜਾਂਦੀ ਹੈ ਜੋਤ ਰੰਗ ਨਾਲ, ਅਤੇ ਉਹ ਪੂਰਨ ਸਦਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸੱਚੇ ਵਾਹਿਗੁਰੂ ਦੇ ਸੱਚ ਮਹਿਲਾਂ ਵਿੱਚ ਉਸ ਨੂੰ ਨਿਵਾਸ ਮਿਲਦਾ ਹੈ। ਯਥਾ ਗੁਰਵਾਕ ਤਰਾਸ ਮਿਟੈ ਜਮ ਪੰਥ ਕੀ, ਜਾਸ ਬਸੈ ਮਨ ਨਾਉ, ਗਤ ਪਾਵੈਂ ਮਤ ਹੋਏ ਪ੍ਰਗਾਸ, ਮੈਲੀ ਪਾਵੈਂ ਠਾਉ। ਗੌੜੀ 52 ਅੱਖਰੀ।